ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਬਹੁਤ ਖਾਸ ਪ੍ਰੋਗਰਾਮ ਅੱਜ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਦੁਨੀਆ ਭਰ ਦੇ ਵਿੱਚ ਅੱਜ ਸਿੱਖ ਕੌਮ ਜਿਹੜੀ ਹੈ ਉਹ ਰਹਿੰਦੀ ਹੈ, ਵਸਦੀ ਹੈ। ਜਿੱਥੇ ਜਿੱਥੇ ਸਿੱਖ ਕੌਮ ਗਈ ਉੱਥੇ ਗੁਰਦੁਆਰਾ ਸਾਹਿਬਾਨ ਵੀ ਬਣੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜ਼ਾਹਰ ਜੀ ਗੱਲ ਹੈ ਕਿ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਸੁਸ਼ੋਭਿਤ ਕੀਤੇ ਗਏ। ਸੋ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਗੱਲ ਆਉਂਦੀ ਹੈ ਤੇ ਸਾਂਭ ਸੰਭਾਲ ਦੀ ਗੱਲ ਵੀ ਨਾਲੋਂ ਨਾਲ ਹੀ ਆਉਂਦੀ ਹੈ। ਸਾਂਭ ਸੰਭਾਲ ਵੀ ਬਹੁਤ ਜ਼ਰੂਰੀ ਹੈ। ਜਿਵੇਂ ਕਿ ਆਪ ਜੀ ਜਾਣਦੇ ਹੋ ਕਿ ਕਿਸ ਤਰੀਕੇ ਦੇ ਨਾਲ ਹਰ ਇੱਕ ਸਿੱਖ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦਾ। ਇਹ ਅਸੀਂ ਅਕਸਰ ਵੇਖਦੇ ਹਾਂ ਨਗਰ ਕੀਰਤਨਾਂ ਦੇ ਵਿੱਚ ਤੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ। ਸੋ ਜਿੱਥੇ ਗੱਲ ਆ ਜਾਂਦੀ ਹੈ ਸਾਂਭ ਸੰਭਾਲ ਦੀ ਤਾਂ ਉੱਥੇ ਕਮੇਟੀਆਂ ਵੀ ਜ਼ਰੂਰੀ ਹੋ ਜਾਂਦੀਆਂ, ਸੰਸਥਾਵਾਂ ਵੀ ਜ਼ਰੂਰੀ ਹੋ ਜਾਂਦੀਆਂ, ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਕਿ ਗੁਰੂ ਸਾਹਿਬ ਦੇ ਸਰੂਪ ਜਿਹੜੇ ਨੇ ਦੇਖ ਰੇਖ ਵੀ ਹੋਵੇ। ਜਦੋਂ ਮੁਰੰਮਤ ਦੀ ਗੱਲ ਆਉਂਦੀ ਹੈ, ਸਾਂਭ ਸੰਭਾਲ ਦੀ ਗੱਲ ਆਉਂਦੀ ਹੈ ਤਾਂ ਉਹ ਵੀ ਮੌਕੇ ਦੇ ਉੱਤੇ ਕੀਤਾ ਜਾਵੇ। ਸੋ ਇਹੋ ਜਿਹੀਆਂ ਕੁਝ ਪਰੇਸ਼ਾਨੀਆਂ ਜਿਹੜੀਆਂ ਨੇ ਉਹ ਯੂਕੇ ਦੇ ਵਿੱਚ ਵੀ ਆਈਆਂ। ਸੋ ਉਸ ਤੋਂ ਬਾਅਦ ਇੱਕ ਸੰਸਥਾ ਬਣੀ ਸਤਿਕਾਰ ਕਮੇਟੀ ਯੂਕੇ ਦੇ ਨਾਂ ਦੀ, ਤੇ ਜਿਨ੍ਹਾਂ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਦੀ ਸਾਂਭ ਸੰਭਾਲ ਸ਼ੁਰੂ ਕੀਤੀ ਹੈ। ਤੇ ਅੱਜ ਚਲਦਿਆਂ ਚਲਾਉਂਦਿਆਂ ਲੰਬਾ ਵਕਫਾ ਹੋ ਗਿਆ, ਲੰਬਾ ਸਮਾਂ ਹੋ ਗਿਆ, ਉਹ ਇਸੇ ਤਰ੍ਹਾਂ ਲਗਾਤਾਰ ਸੇਵਾ ਕਰਦੇ ਆਏ ਨੇ। ਪਰ ਅੱਜ ਹੋਰ ਇੱਕ ਨਵੇਂ ਪ੍ਰੋਗਰਾਮ ਦੀ ਜ਼ਰੂਰਤ ਪਈ ਹੈ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ ਸੰਭਾਲ ਵਾਸਤੇ ਜਿਹੜਾ ਇੱਕ ਉਪਰਾਲਾ ਸਤਿਕਾਰ ਕਮੇਟੀ ਵੱਲੋਂ ਕੀਤਾ ਜਾ ਰਿਹਾ। ਸੋ ਉਸ ਬਾਰੇ ਜਿਹੜਾ ਅੱਜ ਦਾ ਪ੍ਰੋਗਰਾਮ ਇਹ ਰੱਖਿਆ ਗਿਆ, ਖਾਸ ਤੌਰ ਦੇ ਉੱਤੇ ਸੰਗਤਾਂ ਨੂੰ ਜਾਣੂ ਕਰਵਾਉਣਾ। ਚਾਹੇ ਤੁਸੀਂ ਯੂਕੇ ਦੇ ਵਿੱਚ ਵਸਦੇ ਹੋ, ਚਾਹੇ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਜਿੱਥੇ ਜਿੱਥੇ ਵੀ ਸਿੱਖ ਵਸਦਾ ਤੇ ਸਾਡਾ ਇਹ ਪ੍ਰੋਗਰਾਮ ਸੁਣ ਰਿਹਾ। ਸੋ ਤੁਹਾਨੂੰ ਸਾਰਿਆਂ ਨੂੰ ਇਹ ਜਾਣੂ ਕਰਵਾਉਣਾ ਇਸ ਨਵੇਂ ਉਪਰਾਲੇ ਤੋਂ। ਇਸੇ ਲਈ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖਾਸ ਸ਼ਖਸੀਅਤਾਂ ਸਾਡੇ ਨਾਲ ਜੁੜੀਆਂ ਹੋਈਆਂ ਨੇ। ਸਤਿਕਾਰ ਕਮੇਟੀ ਤੋਂ ਭਾਈ ਮਨਵੀਰ ਸਿੰਘ ਜੀ ਨੇ, ਉਹਨਾਂ ਦੇ ਨਾਲ ਭੈਣ ਜੀ ਬਲਵਿੰਦਰ ਕੌਰ ਜੀ ਨੇ, ਉਸ ਤੋਂ ਬਾਅਦ ਸਰਦਾਰ ਮੋਹਨ ਸਿੰਘ ਜੀ ਖਾਲਸਾ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਸਿੱਖ ਅਵੇਅਰਨੈਸ ਸੁਸਾਇਟੀ, ਉਹਨਾਂ ਦੇ ਨਾਲ ਹੀ ਅਮਨ ਸਿੰਘ ਨੇ। ਸਭ ਤੋਂ ਪਹਿਲਾਂ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਪਾ ਕੇ ਤੇ ਅੱਜ ਦੀ ਜਿਹੜੀ ਗੱਲਬਾਤ ਹੈ ਉਹਦੀ ਸ਼ੁਰੂਆਤ ਕਰਦੇ ਹਾਂ। ਸੋ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਜੀ ਭਾਈ ਮਨਵੀਰ ਸਿੰਘ ਜੀ, ਮੈਂ ਤੁਹਾਡੇ ਵੱਲ ਆਉਣਾ ਚਾਹੁੰਦਾ। ਸਤਿਕਾਰ ਕਮੇਟੀ ਯੂਕੇ, ਅੱਜ ਬੜੇ ਵੱਡੇ ਵੱਡੇ ਤੁਸੀਂ ਉਪਰਾਲੇ ਕਰ ਰਹੇ ਹੋ ਯੂਕੇ ਦੇ ਵਿੱਚ ਰਹਿ ਕੇ। ਮੈਂ ਚਾਹੁੰਦਾ ਕਿ ਸਭ ਤੋਂ ਪਹਿਲਾਂ ਸਾਡੇ ਦਰਸ਼ਕਾਂ ਨੂੰ ਜਾਣੂ ਕਰਵਾਓ ਕਿ ਆਖਰ ਜ਼ਰੂਰਤ ਕੀ ਪਈ ਸਤਿਕਾਰ ਕਮੇਟੀ ਬਣਾਉਣ ਦੀ ਯੂਕੇ ਦੇ ਵਿੱਚ। ਹਾਂਜੀ, ਬਹੁਤ ਧੰਨਵਾਦ ਆਪ ਜੀ ਦਾ। 2014 ਦੇ ਵਿੱਚ ਪਹਿਲੀ ਚੇਤ ਨੂੰ, ਜਿੱਦਣ ਖਾਲਸੇ ਦਾ ਨਵਾਂ ਕੈਲੰਡਰ, ਨਵਾਂ ਸਾਲ ਸ਼ੁਰੂ ਹੁੰਦਾ, ਉਸ ਦਿਨ 5 ਸਿੰਘਾਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਦੇਗ ਬਣਾ ਕੇ ਅਰਦਾਸ ਕੀਤੀ ਤੇ ਇਹ ਮਨ ਦੇ ਵਿੱਚ ਚਾਅ ਰੱਖਿਆ ਕਿ ਆਪਾਂ ਕੋਈ ਇਦਾਂ ਦਾ ਢੰਗ ਤਰੀਕਾ ਲੱਭੀਏ ਜਿਹਦੇ ਨਾਲ ਸਤਿਗੁਰ ਸਾਹਿਬ ਜੀ ਦੀਆਂ ਸੇਵਾਵਾਂ ਵਿੱਚ ਆਪਾਂ ਹਿੱਸਾ ਪਾ ਸਕੀਏ। ਉਸ ਦਿਨ 2014 ਤੋਂ ਇਹ ਸਤਿਕਾਰ ਕਮੇਟੀ ਸਤਿਗੁਰ ਸਾਹਿਬ ਜੀ ਦੀ ਆਗਿਆ ਲੈ ਕਰਕੇ ਇਹਦੀ ਆਰੰਭਤਾ ਹੋਈ ਤੇ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਸਭ ਤੋਂ ਪਹਿਲਾਂ ਉਦੋਂ ਇੱਥੇ ਕੱਲੇ ਗੁਰਦੁਆਰਾ ਸਾਹਿਬ ਵਿੱਚ ਜਾ ਕਰਕੇ ਸਿੰਘਾਂ ਨੇ ਆਪ ਸਤਿਗੁਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹਦਾ ਡੇਟਾ ਜਿਹੜਾ ਉਹ ਕਲੈਕਟ ਕੀਤਾ ਗਿਆ। ਉਹਦੇ ਵਿੱਚ ਬਹੁਤ ਸ਼ੌਕਿੰਗ ਚੀਜ਼ਾਂ ਸਾਹਮਣੇ ਆਈਆਂ, ਜਿਹਦੇ ਵਿੱਚ ਸੀ ਕਿ ਇੱਥੇ ਮੈਂ ਆਪ ਪਹਿਲਾਂ ਤੋਂ ਸੁਣਦਾ ਆ ਰਿਹਾ ਸਟੇਜਾਂ ਤੇ ਗੁਰੂ ਘਰ ਦੀਆਂ ਕਿ ਸਤਿਗੁਰ ਸਾਹਿਬ ਜੀ ਇੱਥੇ ਗੁਰਦੁਆਰਾ ਸਾਹਿਬ ਕੋਈ ਕਹਿੰਦਾ ਸੀ 400 ਆ, ਕੋਈ ਕਹਿੰਦਾ ਸੀ 600 ਆ, ਕੋਈ ਕੁਛ ਗਿਣਤੀ ਸੀਗੀ ਜੀ। ਪਰ ਜਦੋਂ ਆਪਣੇ ਸਾਹਮਣੇ 3 ਸਾਲ ਲੱਗੇ ਸੀ 2014 ਤੋਂ 17 ਤੱਕ, ਤੇ ਇੱਥੇ ਜਿਹੜੀ ਗੁਰਦੁਆਰਾ ਸਾਹਿਬ ਦੀ ਗਿਣਤੀ ਸੀ ਉਹ 227 ਗੁਰਦੁਆਰਾ ਸਾਹਿਬ ਸੀਗੇ। ਅੱਛਾ ਜੀ। ਜਿਹੜੇ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਸੀਗੇ ਉਹ ਸੀਗੇ 3206। ਸੋ ਜੇ ਆਪਾਂ ਇਹਨਾਂ ਦਾ ਹਿਸਾਬ ਕਿਤਾਬ ਕਰੀਏ ਤਾਂ 14 ਜਾਂ 15 ਸਰੂਪ ਪਰ ਗੁਰਦੁਆਰਾ ਸਾਹਿਬ ਲਈ ਆਉਂਦੇ ਆ। ਚਾਹੇ ਉੱਥੇ ਸੰਗਤ ਦੀ ਗਿਣਤੀ 10 ਜਾਣੇ ਸੀ, ਚਾਹੇ ਸੰਗਤ ਦੀ ਗਿਣਤੀ 10,000 ਸੀ, ਪਰ ਉਹਨਾਂ ਮਹਾਰਾਜ ਸਾਹਿਬ ਜੀ ਦੇ ਸਰੂਪ ਏਦਾਂ ਆਉਂਦੇ ਸੀ ਜੀ। ਤੋ ਉਹ ਜਿਹੜਾ ਡੇਟਾ, ਮੇਰਾ ਖਿਆਲ ਹੈ ਯੂਕੇ ਦੁਨੀਆ ਭਰ ਵਿੱਚ ਪਹਿਲੀ ਕੰਟਰੀ ਹੈ ਜਿੱਥੇ ਗੁਰੂ ਸਾਹਿਬ ਜੀ ਦੇ ਜਾਂ ਗੁਰਦੁਆਰਾ ਸਾਹਿਬ ਜੀ ਦਾ ਡੇਟਾ ਪ੍ਰੋਪਰਲੀ ਆਪਣੇ ਕੋਲ ਬਣਿਆ, ਕੰਪਿਊਟਰਾਈਜ਼ਡ ਕੀਤਾ ਗਿਆ ਜੀ। ਤੇ ਜਿਹੜੀਆਂ ਚੀਜ਼ਾਂ ਹੋਰ ਅਗਾਂਹ ਸਾਹਮਣੇ ਆਈਆਂ ਕਿ ਇੱਥੋਂ ਦੀ ਜਿਹੜੀ ਯੂਕੇ ਬਾਰਡਰ ਏਜੰਸੀ ਆ ਸਾਡਾ, ਉਹਨਾਂ ਨਾਲ ਰਾਬਤਾ ਹੋਇਆ ਤੇ ਉਹਨਾਂ ਦੇ ਦੱਸਣ ਮੁਤਾਬਕ ਉਸ ਵੇਲੇ ਜਿਹੜੇ ਸਿੱਖਾਂ ਦੇ ਗੁਰਦੁਆਰੇ ਯੂਕੇ ਦੇ ਵਿੱਚ ਸੀ ਉਹ ਸੀ 672। ਅੱਛਾ। ਸੋ 672 ਤੇ 227 ਵਿੱਚ ਬਹੁਤ ਜ਼ਿਆਦਾ ਫਰਕ ਆ ਜੀ। ਤੇ ਅਸੀਂ ਫਿਰ ਉਹਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋਈਆਂ ਤਾਂ ਪਤਾ ਲੱਗਾ ਕਿ ਲੋਕਾਂ ਨੇ ਆਫ ਲਾਇਸੈਂਸ ਸ਼ਾਪਾਂ ਦੇ ਵਿੱਚ ਗੁਰਦੁਆਰੇ ਸਾਹਿਬ ਰਜਿਸਟਰਡ ਕੀਤੇ ਆ, ਘਰਾਂ ਦੇ ਵਿੱਚ ਕੀਤੇ ਆ, ਆਪ ਦੀਆਂ ਫੈਕਟਰੀਆਂ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਰੱਖ ਕਰਕੇ ਇਵੇਂ ਉਹਨਾਂ ਨੇ ਗੁਰਦੁਆਰੇ ਰਜਿਸਟਰਡ ਕੀਤੇ। ਤਾਂ ਉਹਦਾ ਕਾਰਨ ਬਣਿਆ ਸਿਰਫ ਪੈਸਾ, ਵਪਾਰ, ਕਿਉਂਕਿ ਉੱਥੋਂ ਸਪਾਂਸਰਸ਼ਿਪਾਂ ਜਾਂਦੀਆਂ ਸੀ।
ਕੁਝ ਨੌਰਥ ਵਿੱਚ ਇਦਾਂ ਦੇ ਕੇਸ ਵੀ ਸਾਹਮਣੇ ਆਏ। ਇੱਕ ਬੰਦੇ ਨੂੰ ਸ਼ਾਇਦ 5 ਤੋਂ 8 ਸਾਲ ਜੇਲ੍ਹ ਵੀ ਹੋਈ ਕਿਉਂਕਿ ਉਹਦੇ ਘਰ ਇੰਨੇ ਪਾਸਪੋਰਟ ਫੜੇ ਗਏ, ਕਿਵੇਂ ਉਹਦੇ ਘਰ ਸਪਾਂਸਰਸ਼ਿਪਸ ਜਿਹੜੀਆਂ ਸੀਗੀਆਂ ਫੇਕ ਜਿਹੜੀਆਂ ਬਣੀਆਂ। ਸੋ ਇਹ ਸਾਡੇ ਲਈ ਗੁਰੂ ਸਾਹਿਬ ਜੀ ਨੇ ਸਾਨੂੰ ਸਿਖਾਲਿਆ ਸੀ ਪਿਆਰ ਤੇ ਸਤਿਕਾਰ, ਪਰ ਸਾਡੀਆਂ ਲੋੜਾਂ, ਸਾਡੀਆਂ ਮਜਬੂਰੀਆਂ ਜਾਂ ਸਾਡਾ ਘਟੀਏਪਨ ਨੇ ਸਾਨੂੰ ਇੱਥੇ ਤੱਕ ਲਿਆਂਦਾ ਕਿ ਅਸੀਂ ਗੁਰੂ ਸਾਹਿਬ ਜੀ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ। ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਇੰਡੀਆ ਤੋਂ ਲਿਆ ਕੇ ਇੱਥੇ ਵੇਚਣਾ ਸ਼ੁਰੂ ਕਰ ਦਿੱਤਾ। ਮੈਂ ਬਿਨਾਂ ਝਿਜਕ ਤੋਂ ਹੀ ਦੱਸਾਂ ਕਿ ਸੋਹ ਰੋਡ ਤੇ ਇੱਕ ਦੁਕਾਨ ਜਿੱਥੇ ਗੁਰੂ ਸਾਹਿਬ ਜੀ ਦੇ ਸਰੂਪ ਬੇਸਮੈਂਟ ਵਿੱਚ ਰੱਖ ਕੇ ਵੇਚੇ ਗਏ। ਬਰੈਡਫੋਰਡ ਦੇ ਵਿੱਚ ਮੋਗਲ ਟ੍ਰੇਡਰਜ਼ ਆ, ਉਹ ਵੀ ਮੁਸਲਮਾਨ ਲਾ ਲਓ ਕਿ ਸਾਡੇ ਭਰਾ ਆ, ਪਰ ਅਸੀਂ ਕਿੱਦਾਂ ਉਹਨਾਂ ਤੱਕ ਪਹੁੰਚਦੇ ਕੀਤੇ ਸਰੂਪ ਕਿ ਉਹ ਵੀ ਗੁਰੂ ਸਾਹਿਬ ਜੀ ਦੇ ਸਰੂਪ ਵੇਚਦੇ ਰਹੇ। ਬਿਲਕੁਲ। ਸੋ ਭਾਈ ਸਾਹਿਬ ਜੀ ਇੱਕ ਹੋਰ ਗੱਲ ਕਿ ਉਹਦੇ ਵਿੱਚ ਹੀ ਸਾਰਾ ਕੁਝ ਆਈ ਗਿਆ ਕਿ ਇੱਥੋਂ ਦੀ ਕੋਰਟਸ ਦੇ ਵਿੱਚ, ਜਿਹੜੀ ਸਿਵਲ ਕੋਰਟਸ ਦੇ ਵਿੱਚ ਗੁਰੂ ਸਾਹਿਬ ਜੀ ਦੇ 26 ਸਰੂਪ ਹੁਣ ਤੱਕ ਸਤਿਗੁਰਾਂ ਦੇ ਸਰੂਪ ਉਹ ਸ੍ਰੀ ਸੱਚਖੰਡ ਸਾਹਿਬ ਚ ਆਏ, ਕਿਉਂਕਿ ਸਿੱਖਾਂ ਨੇ ਜਿਵੇਂ ਮੈਂ ਪਹਿਲਾਂ ਦੱਸਿਆ ਪਿਆਰ ਸਤਿਕਾਰ ਤੋਂ ਵਪਾਰ ਵੱਲ ਕਿਵੇਂ ਲੈ ਗਿਆ ਸਤਿਗੁਰ ਸਾਹਿਬ ਨੂੰ। ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਪ੍ਰਿੰਟ ਕਰਕੇ ਕਿਵੇਂ ਵੇਚ ਦਿੱਤਾ ਗੋਰਿਆਂ ਨੂੰ, ਲਾ ਲਓ ਹੋਰ ਧਰਮਾਂ ਦੇ ਲੋਕਾਂ ਨੂੰ, ਕਿ ਉਹ ਕੋਰਟਸ ਕਚਹਿਰੀਆਂ ਦੇ ਵਿੱਚ ਗੁਰੂ ਸਾਹਿਬ ਜੀ ਆ ਗਏ। ਤੇ ਇੱਕ ਨੌਰਥ ਵੇਲਜ਼ ਦੇ ਵਿੱਚ ਅਸੀਂ ਜਿਸ ਕੋਰਟ ਦੇ ਵਿੱਚ ਗਏ ਸੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿੱਥੇ ਜੱਜ ਬਹਿੰਦਾ ਸੀ ਉਹਦੇ ਪੈਰਾਂ ਦੇ ਹੇਠਾਂ ਇੱਕ ਬਾਕਸ ਬਣਿਆ ਸੀ ਜਿੱਥੇ ਗੁਰੂ ਸਾਹਿਬ ਜੀ ਸੀਗੇ। ਉਹ ਸੰਪੂਰਨ ਸਰੂਪ ਮਹਾਰਾਜ ਜੀ ਦੇ, ਇਦਾਂ ਨਹੀਂ ਕੋਈ ਪੋਥੀ ਸਾਹਿਬ, ਗੁਟਕਾ ਸਾਹਿਬ, ਈਵਨ ਕਿਤੇ ਗੁਟਕਾ ਸਾਹਿਬ ਪੋਥੀਆਂ ਵੀ ਇਦਾਂ ਨਹੀਂ ਰੱਖ ਸਕਦੇ, ਪਰ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਉੱਥੇ ਰੱਖੇ ਗਏ। ਉਹ ਬਹੁਤ ਦੁਖੀ ਸੀ। ਤੇ ਇੱਕ ਚੀਜ਼ ਤਾਂ ਆਪਾਂ ਸਾਰਿਆਂ ਨੂੰ ਸ਼ਾਇਦ ਸੋਸ਼ਲ ਮੀਡੀਆ ਤੋਂ ਪਤਾ ਹੋਵੇ ਕਿ ਨੌਰਥ ਵਿੱਚ ਹੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਕਾਰਬੂਟ ਸੇਲ ਦੇ ਉੱਤੇ ਘਾਹ ਦੇ ਉੱਤੇ ਰੱਖ ਕੇ 10 ਪਾਉਂਡ ਨੂੰ ਵਿਕੇ ਇੰਗਲੈਂਡ ਵਿੱਚ। ਇੱਥੇ ਵੋਲਸੋਲ ਦੇ ਵਿੱਚ ਇੱਕ ਚੈਰਿਟੀ ਸ਼ਾਪ ਦੇ ਵਿੱਚ 20 ਪਾਉਂਡ ਨੂੰ ਵਿੰਡੋ ਦੇ ਵਿੱਚ ਡਿਸਪਲੇ ਕਰਕੇ ਕਿ ਸਿੱਖਾਂ ਦੀ ਬਾਈਬਲ ਆ, 20 ਪਾਉਂਡ ਨੂੰ ਗੁਰੂ ਸਾਹਿਬ ਜੀ। ਆਪਾਂ ਕਹਿੰਨੇ, ਆਪਾਂ ਦਾਅਵਾ ਕਰਦੇ ਹਾਂ ਕਿ ਗੁਰੂ ਸਾਹਿਬ ਜੀ ਚਵਰ ਛਤਰ ਤਖਤ ਦੇ ਮਾਲਕ ਆ। ਬਿਲਕੁਲ। ਕੀ ਆਪਾਂ ਦਰਬਾਰ ਸਾਹਿਬ ਦਰਸ਼ਨ ਨਹੀਂ ਕਰਦੇ ਜਿੱਥੇ ਗੁਰੂ ਸਾਹਿਬ ਜੀ ਨੂੰ ਰੋਜ਼ 1.25 ਲੱਖ ਰੁਪਏ ਦਾ ਇੱਕ ਚੰਦੋਆ ਸਾਹਿਬ ਚੜਦਾ ਹੈ ਨਾ ਜੀ? ਤੇ ਉਹ ਗੁਰੂ ਸਾਹਿਬ ਸਿੱਖਾਂ ਨੇ ਵਪਾਰੀ ਬਣ ਕੇ, ਮੇਰੇ ਵਰਗਿਆਂ ਨੇ ਗੁਰੂ ਸਾਹਿਬ ਨੂੰ ਛਪਵਾਇਆ ਤੇ ਵੇਚਿਆ ਤੇ ਸਿੱਖਾਂ ਨੇ ਖਰੀਦਿਆ। ਸੋ ਇਹ ਬਹੁਤ ਸਾਡੇ ਲਈ ਬਦਕਿਸਮਤੀ ਵਾਲੀ ਗੱਲ ਸੀ ਕਿ ਸਾਡੇ ਰਹਿੰਦਿਆਂ ਇਹ ਸਾਡੇ ਅੱਖਾਂ ਦੇ ਸਾਹਮਣੇ ਹੋ ਰਿਹਾ। ਸੋ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਕਿ ਸਤਿਕਾਰ ਕਮੇਟੀ ਤੋਂ ਇਹ ਸੇਵਾਵਾਂ ਹੋਰ ਜਥੇਬੰਦੀਆਂ ਦੇ ਸੰਗਤ ਦੇ ਸਹਿਯੋਗ ਨਾਲ ਹੁਣ ਤੱਕ ਇਹ ਚੱਲ ਰਹੀਆਂ ਜੀ। ਡੈਫੀਨੇਟਲੀ, ਬਿਲਕੁਲ। ਸਿੱਖ ਕੌਮ ਦੀ ਜਦੋਂ ਗੱਲ ਕਰਦੇ ਆ ਤਾਂ ਇੱਕ ਨਿਆਰੀ ਹਸਤੀ ਇਸੇ ਕਰਕੇ ਆ ਕਿ ਅਸੀਂ ਆਪਣੇ ਗੁਰੂ ਸਾਹਿਬ ਦਾ ਕਿਸ ਤਰ੍ਹਾਂ ਸਤਿਕਾਰ ਕਰਦੇ ਆ, ਤੇ ਬਾਕੀ ਕੌਮਾਂ ਜਿਹੜੀਆਂ ਨੇ ਉਹਨਾਂ ਦੇ ਧਰਮ ਦੇ ਵਿੱਚ ਉਹਨਾਂ ਦੇ ਜਿਹੜੇ ਐਸੇ ਹੋਲੀ ਬੁੱਕਸ ਨੇ ਉਹਨਾਂ ਦਾ ਸਤਿਕਾਰ ਕਿਵੇਂ, ਇਹ ਆਮ ਆਪਾਂ ਦੇਖਿਆ ਦੁਨੀਆ ਭਰ ਦੇ ਵਿੱਚ। ਸੋ ਸਤਿਕਾਰ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਸੋ ਸੰਗਤ ਜੀ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਜਿਹੜਾ ਲਾ ਸਕਦੇ ਹੋ ਕਿ ਕਿਵੇਂ ਘਟਨਾਵਾਂ ਜਿਹੜੀਆਂ ਬੇਅਦਬੀ ਦੀਆਂ ਵਧੀਆਂ ਤੇ ਉਸ ਤੋਂ ਬਾਅਦ ਸਤਿਕਾਰ ਕਮੇਟੀ ਦੀ ਲੋੜ ਪੈਂਦੀ ਹੈ। ਤੇ ਅੱਜ ਉਹ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨਾ ਮਾਤਰ ਨੇ, ਆਪਾਂ ਇਹ ਦੇਖਦੇ ਹਾਂ ਕਿ ਜਦੋਂ ਵੀ ਸੰਸਥਾਵਾਂ ਬਣਦੀਆਂ ਨੇ ਤੇ ਫਿਰ ਉਹਦੇ ਨਾਲ ਫਾਇਦੇ ਵੀ ਹੁੰਦੇ ਨੇ। ਸੋ ਭੈਣ ਜੀ, ਤੁਸੀਂ ਵੀ ਕੁਝ ਐਡ ਇਹਦੇ ਵਿੱਚ ਕਰਨਾ ਚਾਹੋਗੇ? ਸਤਿਕਾਰ ਕਮੇਟੀ ਦੀ ਕਾਰਗੁਜ਼ਾਰੀ ਹੁਣ ਤੱਕ ਕਿਵੇਂ ਰਹੀ ਹੈ ਤੇ ਕਿਹੜੀਆਂ ਐਸੀ ਬੇਅਦਬੀ ਦੀਆਂ ਘਟਨਾਵਾਂ ਹੋਰ ਵੀ ਰਹੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਚਾਹੋਗੇ ਤੁਸੀਂ? ਜੀ ਵਾਹਿਗੁਰੂ, ਧੰਨਵਾਦ ਹੈ ਤੁਹਾਡਾ ਇਸ ਕੁਐਸਚਨ ਦਾ, ਕਰਕੇ ਇਹਦੇ ਵਿੱਚ ਇਸ਼ੂਜ਼ ਇਦਾਂ ਬਹੁਤ ਬਣਦੀਆਂ ਆ ਕਿ ਜਦੋਂ ਡਾਟਾ ਕਲੈਕਟ ਹੋਇਆ ਉਹਦੇ ਵਿੱਚ ਬਹੁਤ ਰੈਵਲੇਸ਼ਨਸ ਆਈਆਂ ਸੀ, ਸਾਨੂੰ ਬਹੁਤ ਕੁਝ ਜਾਣਕਾਰੀ ਆਈ। ਉਹਦੇ ਵਿੱਚ ਇਹ ਵੀ ਜਾਣਕਾਰੀ ਆਈ ਕਿ ਕਿੰਨੀਆਂ ਘਾਟਾਂ ਆ ਆਪਣੀ ਬੇਸਿਕ ਸੇਵਾ ਤੇ, ਮਹਾਰਾਜ ਦੇ ਬੇਸਿਕਸ ਲਾ ਲਓ ਕਿ ਆਪਾਂ ਕਹਿੰਦੇ ਕਿ ਜਿਹੜਾ ਜੇ ਆਪਾਂ ਕਹਿੰਦੇ ਕਿ ਘੱਟ ਤੋਂ ਘੱਟ ਵੀ ਆਪਾਂ ਸਤਿਕਾਰ ਕਰਨਾ ਚਾਹੁੰਦੇ, ਬਹੁਤ ਗੁਰਦੁਆਰਿਆਂ ਦੇ ਵਿੱਚ ਇਹ ਚੀਜ਼ ਦੀ ਘਾਟ ਸੀਗੀ। ਜਿੱਥੇ ਪੀੜਾ ਸਾਹਿਬ ਦੀ ਗੱਲ ਆਵੇ ਜਾਂ ਮਹਾਰਾਜ ਸਾਹਿਬ ਦੀ ਸ਼ੁੱਧ ਬਾਣੀ ਪੜ੍ਹਨ ਦੀ ਗੱਲ ਆਵੇ, ਇਹ ਸਾਰੀਆਂ ਘਾਟਾਂ ਆਪਣੇ ਮੋਹਰੇ ਆਈਆਂ ਸੀ। ਵੱਡੀ ਗੱਲ ਹੈਗੀ ਜਿਹੜੀ ਮਹਾਰਾਜ ਸਾਹਿਬ ਦੀ ਪ੍ਰਿੰਟਿੰਗ ਤਾਂ ਨਾਲੇ ਅਗਨ ਭੇਟ ਦੀ ਜਿਹੜੀ ਇੱਕ ਬਹੁਤ ਲਾ ਲਓ, ਆਪਾਂ ਤਾਂ ਉਹਨਾਂ ਨੂੰ ਸਾਡੇ ਆਪੋ ਵਿੱਚ ਦੇ ਲਫ਼ਜ਼ ਇਹੀ ਆ ਕਿ ਉਹ ਇੱਕ ਸਰਕਿਟ ਸੀ, ਬਹੁਤ ਵੱਡਾ ਨੈਟਵਰਕ ਆ ਜਿਹਦੇ ਵਿੱਚ ਮਹਾਰਾਜ ਸਾਹਿਬ ਜਿੱਦਾਂ ਭਾਈ ਮਨਵੀਰ ਸਿੰਘ ਜੀ ਨੇ ਕਿਹਾ ਕਿ ਵਪਾਰ ਚੱਲ ਰਿਹਾ, ਜਿਹੜਾ ਉਹਨਾਂ ਦੇ ਇੰਨੀ ਛੇਤੀ ਜਿੰਨੀ ਛੇਤੀ ਛਪਵਾਈ ਉਹ ਤੋਂ ਦੁੱਗਣੀ ਛੇਤੀ ਉਹਨਾਂ ਦੇ ਅਗਨ ਭੇਟ ਹੋ ਰਹੇ ਆ। ਉਹਦੀ ਵਜ੍ਹਾ ਇਹ ਆ ਕਿ ਉਹ ਦੁੱਗਣੀ ਰੇਟ ਤੇ ਜਾ ਰਹੇ ਆ। ਰੇਟਸ ਦੀ ਗੱਲ ਚੱਲ ਰਹੀ ਆ, ਜਿੱਥੇ ਮਹਾਰਾਜ ਸਾਡੇ ਆਪਣੇ ਗੁਰੂ ਪਿਤਾ ਦੀ ਗੱਲ ਚੱਲ ਰਹੀ ਉੱਥੇ ਰੇਟਸ ਦੀ ਗੱਲ ਚੱਲ ਰਹੀ ਆ। ਸੋ ਉਹ ਚੀਜ਼ ਨੂੰ ਪਹਿਲਾਂ ਥੰਮ ਲਾਉਣ ਨੂੰ, ਰੋਕ ਲਾਉਣ ਨੂੰ ਇੱਕਦਮ ਇਹ ਕੈਂਪੇਨ ਸ਼ੁਰੂ ਕੀਤੀ ਸੀਗੀ ਕਿ ਇਸ ਚੀਜ਼ ਨੂੰ ਰੋਕ ਲੱਗੇ। ਜਿਹੜੇ ਉਹਦੇ ਨਾਲ ਹੀ ਇੱਕ ਗੱਲ ਜੁੜਦੀ
ਆ ਕਿ ਚਲੋ ਜਦੋਂ ਅਸੀਂ ਤੁਰ ਪਏ ਉਧਰ ਨੂੰ ਸਿੰਘ ਜਦੋਂ ਇਹ ਸੇਵਾ ਲੈਣ ਲੱਗ ਗਏ, ਫਿਰ ਆਪਾਂ ਰਿਅਲਾਈਜ਼ ਕੀਤਾ ਕਿ ਇਹਦਾ ਇਨਫਰਾਸਟ੍ਰਕਚਰ ਵੀ ਚਾਹੀਦਾ ਆ ਕਰਕੇ। ਜਦੋਂ ਆਪਾਂ ਜਿੱਦਾਂ ਪਹਿਲਾਂ ਭਾਈ ਮਨਵੀਰ ਸਿੰਘ ਜੀ ਕਹਿ ਕੇ ਹਟੇ ਕਿ ਮਿਨਿਸਟਰੀ ਆਫ ਜਸਟਿਸ ਦੇ ਨਾਲ ਗੱਲ ਹੋਈ, ਵੱਡੇ ਪੱਧਰ ਤੇ ਹੋਈ, ਉਹ ਜ਼ਰੂਰੀ ਸੀਗਾ ਕਿ ਤੁਸੀਂ ਸੰਸਥਾ ਪਛਾਣੀ ਸੰਸਥਾ ਹੋਵੋਗੇ ਤਾਂ ਤੁਸੀਂ ਅੱਗੇ ਵਧੋਗੇ, ਨਹੀਂ ਤਾਂ ਉਹ ਸਾਨੂੰ ਵੀ ਤਾਂ ਅਗਲੇ ਕਹਿੰਦੇ ਆ ਕਿ ਤੁਸੀਂ ਕੌਣ। ਤਾਂ ਅਸੀਂ ਅਕਾਊਂਟੇਬਿਲਿਟੀ ਤਾਂ ਨਾਲੇ ਜਿਹੜੀ ਸੇਵਾਵਾਂ ਦੇਖੋ ਸੰਗਤ ਬਹੁਤ ਜਿੱਦਾਂ ਭਾਵਨਾ ਵਾਲੇ ਹੈਗੇ ਆ, ਕਈ ਵਾਰੀ ਉਹਨਾਂ ਤੱਕ ਗੱਲ ਨਹੀਂ ਪਹੁੰਚਦੀ, ਪਰ ਤੁਸੀਂ ਅਸੀਂ ਕੱਲ ਸਾਡਾ ਇਹ ਐਕਸਪੀਰੀਅੰਸ ਹੋਇਆ ਕਿ ਸੰਗਤ ਆਪਣਾ ਸਾਰਾ ਕੁਝ ਲੁਟਾਉਣ ਤੇ ਮਹਾਰਾਜ ਤੇ ਹੈਗੇ ਆ, ਉੱਥੇ ਹੈਗੀ ਹੈ ਸੰਗਤ ਜਿਨ੍ਹਾਂ ਦੇ ਵਿੱਚ ਉਹ ਭਾਵਨਾ ਹੈਗੀਆਂ, ਪਰ ਉਹਨਾਂ ਤੱਕ ਜਿਹੜੇ ਲਾ ਲਓ ਇੱਕ ਗੇਟ ਕੀਪਰਸ ਹੁੰਦੇ ਆ ਜਾਂ ਪ੍ਰਬੰਧਕ ਹੁੰਦੇ ਆ ਜਿਨ੍ਹਾਂ ਤੱਕ ਅਸੀਂ ਤਾਂ ਉਹਨਾਂ ਤੇ ਰਿਲਾਈ ਕਰਦੇ ਆ ਕਿ ਤੁਸੀਂ ਇਹ ਪ੍ਰਚਾਰ ਪਹੁੰਚਾਓ। ਸੋ ਇਸ਼ੂ ਸਾਡੀ ਇਹ ਬਣਦੀ ਸੀਗੀ ਕਿ ਸਾਡੇ ਜਿੱਥੇ ਵੀ ਅਸੀਂ ਮਹਾਰਾਜ ਸਾਹਿਬ ਲੈ ਕੇ ਵੀ ਜਾਂਦੇ ਸੀ ਜਾਂ ਆਉਂਦੇ ਸੀਗੇ, ਸੰਗਤ ਬਦੋਬਦੀ ਸਾਨੂੰ ਜਿੱਦਾਂ ਮਾਇਆ ਦਿੰਦੀ ਸੀ ਕਿ ਤੁਸੀਂ ਜਿਹੜਾ ਵੀ ਰਿਸੋਰਸ ਯੂਜ਼ ਕਰਨੇ ਸਾਡੇ ਕੋਲੋਂ ਮਾਇਆ ਲਵੋ। ਅਸੀਂ ਤਾਂ ਉਹਦੀ ਜ਼ਰੂਰੀ ਸੀ ਕਿ ਅਸੀਂ ਅਕਾਊਂਟੇਬਿਲਿਟੀ ਕਰ ਲਈਏ। ਸੋ ਉਹ ਜਿਹੜੀ ਉਹ ਇਨਫਰਾਸਟ੍ਰਕਚਰ ਫਿਰ ਅਸੀਂ ਰਜਿਸਟਰ ਕੀਤੀ ਸੀ ਆਰਗੇਨਾਈਜੇਸ਼ਨ ਨੂੰ। ਤਾਂ ਹੁਣ ਇਦਾਂ ਤੁਰਿਆ ਕੰਮ ਇਦਾਂ ਸੇਵਾ ਦੇ ਵਿੱਚ ਕਿ ਮਹਾਰਾਜ ਸਾਹਿਬਾਂ ਦੀ ਜਦੋਂ ਆਉਂਦੇ ਆ ਸਾਡੇ ਕੋਲੇ, ਉਦੋਂ ਜਦੋਂ ਉਹਨਾਂ ਦੇ ਦਰਸ਼ਨ ਲੈਂਦੇ ਆ, ਉਦੋਂ ਤਕਰੀਬਨ ਇੱਕ ਅਸੈਸਮੈਂਟ ਚੱਲਦਾ ਆ ਉਹਨਾਂ ਦਾ ਕਿ ਕਿੱਥੇ ਜ਼ਖਮ ਹੈਗੇ ਆ, ਤਾਂ ਕਿੱਥੇ ਮਲਮ ਪੱਟੀ ਕਰਨ ਵਾਲੀ, ਕਿੱਥੇ ਉਹਨਾਂ ਦੇ ਹਰੇਕ ਮਹਾਰਾਜ ਸਾਹਿਬਾਂ ਦੀ ਜਲਤ ਬਦਲੀ ਜਾਂਦੀ ਆ। ਠੀਕ ਹੈ। ਪਰ ਸਾਡੇ ਤੱਕ ਏਦਾਂ ਦੇ ਕੋਈ ਮਹਾਰਾਜ ਸਾਹਿਬ ਨਹੀਂ ਆਏ ਹਾਲ ਦੀ ਘੜੀ ਤੱਕ ਕਿ ਜਿੱਥੇ ਸਾਨੂੰ ਲੱਗੇ ਕਿ ਇਹ ਸੇਵਾ ਤੋਂ ਬਾਹਰ ਹੋ ਗਏ ਆ। ਸੋ ਇਹ ਜ਼ਰੂਰੀ ਆ ਸੰਗਤ ਦੀ ਜਾਣਕਾਰੀ ਲਈ ਕਿ ਹਾਲੇ ਤੱਕ ਇਹ ਦਾਅਵੇ ਨਾਲ ਅਸੀਂ ਕਹਿੰਦੇ ਆ ਕਿ ਇੱਕ ਮਹਾਰਾਜ ਸਾਹਿਬ ਸਾਡੇ ਕੋਲ ਇਹੋ ਜਿਹੇ ਵੀ ਆਏ, ਇਹ ਸਿਰਫ ਇੱਕ ਐਗਜ਼ਾਮਪਲ ਯੂਜ਼ ਕਰਦੇ ਆ ਜਿੱਥੇ 260 ਅੰਗ ਬਦਲਾਏ ਹੋਏ ਉਹਨਾਂ ਦੇ। ਤਾਂ ਉਹ ਇਹ ਨਵੇਂ ਨਖੋਰ ਮਹਾਰਾਜ ਸਾਹਿਬ ਆਪ ਜੀ ਨੂੰ ਤਸਵੀਰਾਂ ਵੀ ਤੁਹਾਡੇ ਸਾਹਮਣੇ ਲਿਆਵਾਂਗੇ, ਪਰ ਜਿਹੜੀ ਸਾਡੀ ਪਤਾ ਹੈ, ਜਿੰਨੀ ਦੂਰ ਤੱਕ ਸਾਨੂੰ ਪਤਾ, SGPC ਦੀ ਇਹ ਆਵਾਜ਼ ਆ ਕਿ 10 ਅੰਗ ਤੋਂ ਜ਼ਿਆਦਾ ਜਿੱਥੇ ਹੋਣ ਨਾ ਬਦਲਣ ਵਾਲੇ, ਲਾ ਲਓ ਕਿ ਉਹ ਮਹਾਰਾਜ ਸਾਹਿਬ ਸੇਵਾ ਤੋਂ ਬਾਹਰ ਹੋ ਗਏ ਆ। ਇਹ ਅਸੀਂ ਇਸ ਚੀਜ਼ ਨੂੰ ਅਸੀਂ ਦਾਅਵੇ ਨਾਲ ਕਹਿੰਦੇ ਕਿ ਇਹ ਹੈ ਨਹੀਂ ਇਹ ਸਿਚੁਏਸ਼ਨ। ਜਿਹੜੇ ਇੱਥੇ ਇਸ ਵੇਲੇ ਮਹਾਰਾਜ ਸਾਹਿਬ ਆ, ਜੇ 100 ਸਾਲ ਤੱਕ ਨਾ ਮਹਾਰਾਜ ਸਾਹਿਬ ਇੱਥੇ ਆਉਣ, ਹਾਲਾਂਕਿ ਸਿਰਫ ਭਾਈ ਸਾਹਿਬ ਆਪਾਂ ਗੁਰਦੁਆਰਿਆਂ ਦੀ ਗੱਲ ਕਰ ਰਹੇ ਹਾਂ, ਜੇ ਆਪਾਂ ਘਰਾਂ ਦੀ ਗੱਲ ਨਹੀਂ ਹੋਈ, ਇਹ ਸਿਰਫ ਗੁਰਦੁਆਰਿਆਂ ਦੀ ਗੱਲ ਕਰ ਰਹੇ ਕਿ ਜੇ ਸੇਵਾ ਸੰਭਾਲ ਤਾਂ ਅਣਗਹਿਲੀਆਂ ਦੀ ਰੋਕ ਲੱਗੀ ਜਾਵੇ ਹਨਾ, ਤਾਂ ਉਹ ਚੀਜ਼ਾਂ ਅਸੀਂ 100 ਸਾਲ ਤੱਕ ਉਹੀ ਮਹਾਰਾਜ ਸਾਹਿਬ ਸੇਵਾਵਾਂ ਤੇ ਮਲਮ ਪੱਟੀ ਹੋ ਕੇ ਨਵੇਂ ਨਖੋਰ ਜਾ ਸਕਦੇ ਆ ਗੁਰਦੁਆਰੇ ਦੇ ਵਿੱਚ। ਸੋ ਇਹ ਬਹੁਤ ਵੱਡੇ ਪੱਧਰ ਤੇ ਇਹ ਕੈਂਪੇਨ ਜਾਰੀ ਆ। ਬਿਲਕੁਲ ਬਿਲਕੁਲ। ਇਸੇ ਦੇ ਨਾਂ ਤੇ ਕਈ ਵਾਰ ਜਿਹੜੇ ਨੇ ਸਾਡੇ ਪੁਰਾਤਨ ਸਰੂਪ ਵੀ ਸਾਡੇ ਤੋਂ ਖੋਲੇ ਗਏ ਜਾਂ ਫਿਰ ਉਹ ਮਿਸਪਲੇਸ ਕਰ ਦਿੱਤੇ ਗਏ ਆ ਕਿ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ। ਇਸੇ ਤਰ੍ਹਾਂ ਜਦੋਂ ਆਪਾਂ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਕਰਦੇ ਆ ਜਾਂ ਫਿਰ ਹੋਰ ਵੀ ਐਸੇ ਇੰਗਲੈਂਡ ਦੀਆਂ ਵੀ ਐਸੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਸੀ ਕਿ ਇੱਥੇ ਦੁਰਲਭ ਸਰੂਪ ਸੀਗੇ ਜਿਹੜੇ ਉਹ ਵੀ ਗਾਇਬ ਕਰ ਦਿੱਤੇ ਗਏ ਆ। ਸੋ ਤੁਸੀਂ ਐਡ ਕਰਨਾ ਚਾਹੋਗੇ ਜਾਂ ਫਿਰ ਅੱਜ ਦਾ ਆਪਾਂ ਜਿਹੜਾ ਹਾਂਜੀ ਬਿਲਕੁਲ, ਜਿਹੜੇ ਇਹਨਾਂ ਨੇ ਦੱਸਿਆ ਕਿ ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਜੇ ਆਪ ਜੀ ਰਾਮਸਰ ਸਾਹਿਬ ਅੰਮ੍ਰਿਤਸਰ ਤੋਂ ਪੁੱਛ ਸਕਦੇ ਆ ਜੀ, ਉੱਥੇ ਤੁਸੀਂ 1100 ਜਾਂ 1600 ਰੁਪਏ ਦੀ ਭੇਟਾ ਦੇ ਕੇ ਗੁਰੂ ਸਾਹਿਬ ਜੀ ਨੂੰ ਲੈ ਸਕਦੇ ਆ ਜੀ। ਉਹ ਮਹਾਰਾਜ ਸਾਹਿਬ ਨੇ ਇਹ ਵਡਿਆਈ ਬਖਸ਼ੀ ਆ ਕਿ ਬਾਹਰਲੇ ਸਿੱਖਾਂ ਤੇ ਜਾਂ ਇਸ ਸਤਿਕਾਰ ਕਮੇਟੀ ਤੇ ਕਿ ਅਸੀਂ ਲਗਾਤਾਰ ਉਹਨਾਂ ਨਾਲ ਡਾਇਲੋਗ ਕਰਦੇ ਸੀ, SGPC ਨਾਲ, ਸ੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ 4 ਸਾਲ ਤੋਂ ਅਸੀਂ ਉਹਨਾਂ ਨੂੰ ਲੈਟਰਸ ਭੇਜ ਰਹੇ ਹਾਂ ਕਿ ਗੁਰੂ ਸਾਹਿਬ ਜੀ ਦੀ ਵਿਕਰੀ ਬੰਦ ਕਰੋ, ਇਹ ਗੁਰੂ ਸਾਹਿਬ ਜੀ ਸੇਲ ਆਈਟਮ ਨਹੀਂ ਹੈਗੇ। ਇੱਕ ਦੁਨੀਆ ਤੇ ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ ਜਿਨ੍ਹਾਂ ਨੂੰ ਉਸ ਵੇਲੇ ਸਤਿਗੁਰ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸੀਸ ਝੁਕਾਇਆ ਕਿ ਸਿੱਖਾਂ ਨੂੰ ਇਹ ਹੁਕਮ ਕੀਤਾ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਸਿੱਖਾਂ ਨੇ ਦੇਖਣਾ, ਆਪਾਂ ਸੰਗਤ ਨੇ ਦੇਖਣਾ ਕਿ ਸਤਿਗੁਰ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇ ਆ, ਗੁਰੂ ਸਾਹਿਬ ਜੀ ਹੋਲੀ ਬੁੱਕ ਆ, ਗੁਰੂ ਸਾਹਿਬ ਜੀ ਇੱਕ ਸੇਲ ਆਈਟਮ ਆ ਜਾਂ ਇਹ ਇੱਕ ਗ੍ਰੰਥ ਆ। ਦੂਜੀ ਚੀਜ਼ ਭਾਈ ਸਾਹਿਬ ਮੈਂ ਦੱਸਣਾ ਚਾਹੁੰਦਾ ਕਿ ਇਦਾਂ ਦੇ ਨਿਰਵੈਰ ਸਤਿਗੁਰੂ ਧਰਤੀ ਤੇ ਇਸ ਵੇਲੇ ਸ੍ਰਿਸ਼ਟੀ ਤੇ ਕਿਤੇ ਵੀ ਨਹੀਂ ਮਿਲਣੇ। ਨਾ ਗੁਰੂ ਸਾਹਿਬ ਜੀ ਕਿਸੇ ਨੂੰ ਕੁਛ ਕਹਿੰਦੇ ਆ, ਪਰ ਸਿੱਖ ਇੰਨੇ ਉਚਾਟ ਹੋ ਗਏ ਗੁਰੂ ਸਾਹਿਬ ਜੀ ਤੋਂ ਕਿ ਗੁਰਦੁਆਰਾ ਸਾਹਿਬ ਜੀ ਦੇ ਪ੍ਰਬੰਧਕ ਇਹ ਗੱਲ ਕਹਿਣ ਦੀ ਉਹਨਾਂ ਦੀ ਹਿੰਮਤ ਜ਼ੁਰਤ ਪੈ ਗਈ ਆ ਕਿ ਬੈੱਡ ਵੱਲੋਂ ਗੁਰੂ ਸਾਹਿਬ ਜੀ ਦੇ ਪਲੰਗ ਵੱਲੋਂ ਹੱਥ ਕਰਕੇ ਉਹ ਇੱਥੇ ਤੱਕ ਲਫ਼ਜ਼ ਬੋਲ ਗਏ ਕਿ ਇਹਨਾਂ ਦਾ ਕੀ ਕਰਨਾ, ਇਹਨਾਂ ਨੂੰ ਅਗਨ ਭੇਟ ਕਰੋ, ਹੋਰ ਸਰੂਪ ਇੰਡੀਆ ਤੋਂ ਆ ਸਕਦੇ ਆ ਨਵੇਂ। ਅੱਛਾ। ਸੋ ਹੁਣ ਇਹ ਕਲੈਸ਼ ਕਿਤੇ ਸਿੱਖਾਂ ਦਾ ਆਪਸ ਵਿੱਚ ਹੀ ਇਦਾਂ ਦਾ ਨਾ ਬਣ ਜਾਵੇ ਕਿ ਮਾਰ ਮਰਾਈਏ ਦਾ। ਅਸੀਂ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕੀਤੀ ਪੰਜ ਸਿੰਘਾਂ ਨੇ ਕਿ ਸਤਿਗੁਰ ਸਾਹਿਬ ਜੀ ਕੋਈ ਰਾਹ ਦਿਖਾਓ। ਤੇ ਜਿੱਥੇ ਹੁਣ ਸੇਵਾਵਾਂ ਚੱਲਦੀਆਂ ਸੀ ਸਿੱਖਾਂ ਦੀ ਸਤਿਕਾਰ ਕਮੇਟੀ ਦੀਆਂ, ਉੱਥੇ ਗੁਰੂ ਸਾਹਿਬ ਜੀ ਦੇ 320 ਸਰੂਪ ਸੀ। ਉਹ ਇਦਾਂ ਹੀ ਆਏ ਆ ਕਿ ਗੁਰਦੁਆਰਾ ਸਾਹਿਬ ਜੀ ਤੋਂ 10 ਸਰੂਪ ਆਏ ਆ, ਪਰ ਉਹਨਾਂ ਨੇ ਵਾਪਸ ਤਿਆਰੀ ਕਰਨ ਤੋਂ ਬਾਅਦ ਉਹਨਾਂ ਨੇ 3 ਹੀ ਸਰੂਪ ਲਏ।
ਸੋ ਜਿਹੜੇ 7 ਵੱਧ ਗਏ, ਕਿਤੇ 5 ਵੱਧ ਗਏ, ਕਿਤੇ 10 ਵੀ ਵੱਧ ਗਏ ਜੀ। ਅੱਜ ਸਾਡਾ ਮਾੜਾ ਹਾਲ ਇਹ ਆ ਕਿ ਮਿਡਲੈਂਡ ਵਿੱਚ ਕੀ ਇਦਾਂ ਦੇ ਵੀ ਗੁਰਦੁਆਰਾ ਸਾਹਿਬ ਹੈਗੇ ਜਿੱਥੇ 5 ਜਾਂ 6 ਹੋਲ ਹੈਗੇ ਆ, ਪਰ ਉਹ ਜਿਹੜਾ ਵਪਾਰ ਦਾ ਨਾਮ ਵਰਤਿਆ ਉਹ ਇਦਾਂ ਆ ਕਿ ਤੁਸੀਂ ਉੱਥੇ ਆਪਣਾ ਜਨਮ ਦਿਨ ਮਨਾ ਸਕਦੇ ਆ, ਵਿਆਹ ਕਰਵਾ ਸਕਦੇ ਆ, ਕਿਸੇ ਦੇ ਮਰੇ ਦਾ ਭੋਗ ਉੱਥੇ ਪਾ ਸਕਦੇ ਆ, ਅਖੰਡ ਪਾਠ ਸਾਹਿਬ ਕਰ ਸਕਦੇ ਆ, ਪਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਰੱਖ ਸਕਦੇ। ਅਸੀਂ ਤਕਰੀਬਨ ਸਾਰੇ ਗੁਰਦੁਆਰਾ ਸਾਹਿਬ ਨੂੰ ਚਿੱਠੀਆਂ ਪਾਈਆਂ ਸੀ। ਇਕੱਲੇ ਗੁਰੂ ਸਾਹਿਬ ਜੀ ਦੀ ਗੱਲ ਨਾਲ ਗੁਰਬਾਣੀ ਦਾ ਵੀ ਸਤਿਕਾਰ ਉਨਾ ਹੀ ਹੋਣਾ ਚਾਹੀਦਾ। ਆਪਣੇ ਕੋਲ ਭਾਈ ਸਾਹਿਬ ਜੀ 1 ਲੱਖ ਤੋਂ ਵੱਧ ਗੁਟਕਾ ਸਾਹਿਬ ਹੈ। ਅੱਛਾ ਜੀ। ਉਹ ਅਸੀਂ ਮੁੱਲ ਨਹੀਂ ਲੈ ਕੇ ਆਏ ਕਿਤੇ, ਉਹ ਗੁਰੂ ਘਰਾਂ ਵਿੱਚੋਂ ਤੇ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਇਦਾਂ ਦੀਆਂ ਚੀਜ਼ਾਂ ਆਈਆਂ ਸਾਹਮਣੇ ਕਿ ਉਹਨਾਂ ਨੇ ਕੇਲਿਆਂ ਦੇ ਡੱਬਿਆਂ ਵਿੱਚ ਪਾ ਕੇ, ਐਪਲਸ ਦੇ ਡੱਬਿਆਂ ਵਿੱਚ, ਸਬਜ਼ੀਆਂ ਵਾਲੇ ਡੱਬਿਆਂ ਵਿੱਚ ਪਾ ਕੇ ਸਾਨੂੰ ਦਿੱਤੇ ਗੁਟਕਾ ਸਾਹਿਬ। ਜਿਹੜੇ ਗੁਰਦੁਆਰਾ ਸਾਹਿਬ 20-30 ਮਿਲੀਅਨ ਦੇ ਬਣੇ ਆ, ਉਹ 2 ਪਾਉਂਡ ਦਾ ਪਲਾਸਟਿਕ ਦਾ ਬਾਕਸ ਨਹੀਂ ਲੈ ਸਕਦੇ। ਇਹ ਸਾਡੀ ਜਾਨੀ ਤਰਾਸਦੀ ਹੈ ਇਸ ਗੱਲ ਦੀ। ਬਿਲਕੁਲ। ਉਸ ਚੀਜ਼ ਦਾ ਹੱਲ ਕਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ। ਇੱਕ ਚੀਜ਼ ਮੈਂ ਤੁਹਾਨੂੰ ਐਡ ਨਾਲ ਕਰਨੀ ਚਾਹੁੰਦਾ, ਕੁਝ ਲੋਕ ਇਹ ਇਦਾਂ ਦਾ ਬਹਾਨਾ ਬਣਾ ਲੈਂਦੇ ਕਿ ਸਤਿਕਾਰ ਕਮੇਟੀ ਵਾਲੇ ਲੋਕਾਂ ਨੂੰ ਭਾਵ ਕਰਨ ਲਈ, ਇਮੋਸ਼ਨਲ ਕਰਨ ਲਈ ਇਹ ਗੱਲਾਂ ਕਰਦੇ। ਲੰਡਨ ਦੇ ਵਿੱਚ ਇੱਕ ਬਹੁਤ ਮਹਿੰਗਾ ਏਰੀਆ ਜੀ, ਉਹ ਉੱਥੇ ਤਕਰੀਬਨ 2-3-4 ਮਿਲੀਅਨ ਤੋਂ ਘਰ ਸਟਾਰਟ ਹੀ ਹੁੰਦੇ ਆ। ਉੱਥੇ ਇੱਕ ਘਰ ਸੀਗਾ, ਉਹ ਘਰ ਵਾਲਿਆਂ ਨੇ ਉਸ ਘਰ ਤੇ ਹੋਰ ਲੋਨ ਲਿਆ, ਲੋਨ ਨਹੀਂ ਦੇ ਹੋਇਆ, ਮੈਂ ਸ਼ਾਰਟਕਟ ਕਰ ਲਵਾਂ ਕਰਕੇ, ਹਾਂਜੀ, ਉਸ ਘਰ ਦਾ ਲੋਨ ਨਹੀਂ ਦੇ ਹੋਇਆ, ਬੈਂਕ ਨੇ ਘਰ ਸੀਲ ਕਰ ਦਿੱਤਾ। ਘਰ ਵਾਲੇ ਆਪਣਾ ਸਾਰਾ ਕੁਝ ਚੱਕ ਕੇ ਲੈ ਗਏ, ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰੇ ਛੱਡ ਗਏ। 16 ਨਵੰਬਰ 2021 ਨੂੰ ਉਸ ਘਰ ਨੂੰ ਬੈਂਕ ਨੇ ਸੀਲ ਕਰ ਦਿੱਤਾ ਜੀ। ਸਾਨੂੰ 1 ਫਰਵਰੀ 2022 ਨੂੰ 3 ਮਹੀਨਿਆਂ ਬਾਅਦ ਪਤਾ ਲੱਗਾ, ਤੇ ਉਹ ਇਨਵੈਸਟੀਗੇਸ਼ਨ ਵਿੱਚ ਪਤਾ ਲੱਗਾ ਕਿਹੜੀ ਬੈਂਕ ਆ, ਕਿਹੜੇ ਉਹ ਏਜੰਟ ਆ, ਜਾਂ ਕਿਹੜੀ ਕੰਪਨੀ ਆ ਜਿਹੜੀ ਉੱਥੇ ਵਿਊਇੰਗ ਕਰਾਉਂਦੀ ਆ। ਅਸੀਂ ਉਹਨਾਂ ਕੋਲੋਂ ਟਾਈਮ ਮੰਗ ਕੇ ਅਗਲੇ ਦਿਨ ਗਏ, 15 ਮਿੰਟ ਦਾ ਸਾਨੂੰ ਸਿਰਫ ਐਕਸੈਸ ਮਿਲੀ ਜੀ। ਜਦੋਂ ਜਾ ਕੇ ਉੱਥੇ ਦੇਖਿਆ ਤਾਂ ਗੁਰੂ ਸਾਹਿਬ ਜੀ ਹੈ ਨਹੀਂ ਸੀ। ਫਿਰ ਅਸੀਂ ਉਹ ਏਜੰਟਸ ਨਾਲ ਗੱਲ ਕੀਤੀ ਕਿ ਇੱਥੇ ਕੌਣ ਵਿਊਇੰਗ ਕਰਨ ਆਇਆ ਲਾਸਟ ਵੀਕਸ ਵਿੱਚ, ਤੇ ਉਹਨਾਂ ਨੇ ਕੁਝ ਗੋਰੇ ਕਾਲਿਆਂ ਦੇ ਹੋਰਾਂ ਦੇ ਵੀ ਨਾਂ ਦਿੱਤੇ, ਤੇ ਉਹਨਾਂ ਨੇ ਇੱਕ ਸਿੱਖ ਦਾ ਨਾਂ ਵੀ ਦਿੱਤਾ। ਅਸੀਂ ਉਹਨਾਂ ਦੀ ਹਾਲਾਂਕਿ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਉਹ ਸਾਨੂੰ ਡੀਟੇਲ ਦੇਣ, ਪਰ ਉਸ ਸਿੱਖ ਦੀ ਡੀਟੇਲ ਦਿੱਤੀ। ਅਸੀਂ ਉਹਨੂੰ ਫੋਨ ਕੀਤਾ ਤੇ ਉਹਨੇ ਦੱਸਿਆ ਕਿ ਮੈਂ ਗੁਰੂ ਸਾਹਿਬ ਜੀ ਨੂੰ ਆਪਣੇ ਨਾਲ ਲੈ ਗਿਆ, ਤੇ ਉਹ ਕਹਿੰਦਾ ਮੈਂ ਕਿਹੜਾ ਢੰਗ ਵਰਤਿਆ ਮੈਨੂੰ ਨਹੀਂ ਪਤਾ, ਪਰ ਮੈਨੂੰ ਉਸ ਵੇਲੇ ਜ਼ਰੂਰੀ ਸੀ ਕਿ ਗੁਰੂ ਸਾਹਿਬ ਜੀ ਨੂੰ ਉੱਥੇ ਲੈ ਜਾਵਾਂ, ਕਿਉਂਕਿ ਭਾਈ ਸਾਹਿਬ ਜੀ ਸਲਾਬੇ ਦੇ ਨਾਲ 3 ਮਹੀਨਿਆਂ ਤੋਂ ਘਰ ਬੰਦ ਸੀ, ਸਲਾਬੇ ਦੇ ਨਾਲ ਗੁਰੂ ਸਾਹਿਬ ਜੀ ਦੇ ਸਰੂਪ ਗਿੱਲੇ ਹੋਏ ਸੀ ਜੀ ਜੀ। ਇਹ ਤੋਂ ਵੀ ਘਟੀਆ ਗੱਲ ਅੱਗੇ ਆਪ ਜੀ ਨੂੰ ਦੱਸ ਦੇਂਗੇ, ਉਹ ਸਿੱਖ ਮਹਾਰਾਜ ਜੀ ਨੂੰ ਨਾਲ ਦੀ ਸੀਟ ਤੇ ਰੱਖ ਕੇ ਲੈ ਗਿਆ, ਨੇੜਲੇ ਗੁਰਦੁਆਰਾ ਸਾਹਿਬ, ਤੇ ਉਹ ਗੁਰਦੁਆਰਾ ਸਾਹਿਬ ਵੀ ਬਹੁਤ ਵੱਡੇ ਆ, ਤੇ ਉਸ ਗੁਰਦੁਆਰਾ ਸਾਹਿਬ ਦੀ ਕਾਰ ਪਾਰਕ ਜਾ ਕੇ ਪ੍ਰਬੰਧਕਾਂ ਨੂੰ ਇਹ ਫੋਨ ਕਰਦਾ ਕਿ ਮੇਰੇ ਕੋਲ ਮਹਾਰਾਜ ਸਾਹਿਬ ਆ, ਮੈਂ ਇਸ ਹਾਲਾਤਾਂ ਵਿੱਚੋਂ ਲੈ ਕੇ ਆਇਆ। ਤੇ ਅੱਗਿਓਂ ਪ੍ਰਬੰਧਕਾਂ ਦਾ ਜਵਾਬ, ਜੇ ਤੁਸੀਂ ਸਿੱਖ ਹੋਵੋ ਤੁਸੀਂ ਕੀ ਦਵੋਗੇ, ਤੁਸੀਂ ਨੱਠ ਕੇ ਬਾਹਰ ਜਾਓਗੇ ਭੱਜ ਕੇ ਕਿ ਸਾਡੇ ਸਤਿਗੁਰ ਸਾਹਿਬ ਆਏ ਆ, ਕਿਉਂਕਿ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਬਣਦੀ ਹੈ ਜੀ। ਪਰ ਅੱਗਿਓਂ ਜਵਾਬ ਆਇਆ ਟੈਲੀਫੋਨ ਤੇ ਕਿ ਸਾਡੇ ਕੋਲ ਗੁਰੂ ਸਾਹਿਬ ਨੂੰ ਰੱਖਣ ਲਈ ਥਾਂ ਨਹੀਂ। ਅੱਛਾ, ਹਾਂਜੀ। ਤੇ ਉਹ ਇਹ ਗੱਲਾਂ ਬਹੁਤ ਦੁਖੀ ਕਰਨ ਵਾਲੀਆਂ। ਤੇ ਉਹ ਸਿੱਖ ਕਾਰ ਪਾਰਕ ਵਿੱਚੋਂ ਮਹਾਰਾਜ ਜੀ ਨੂੰ ਲੈ ਕੇ ਚਲ ਗਿਆ, ਕਹਿੰਦੇ ਅਗਲੇ ਗੁਰਦੁਆਰੇ ਜਾ ਕੇ ਪੁੱਛ ਲਓ। ਮੈਂ ਤੁਹਾਨੂੰ ਠੇਠ ਪੰਜਾਬੀ ਵਿੱਚ ਕਹਿੰਦਾ, ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਮੰਗਤਿਆਂ ਵਾਲਾ ਹਾਲ ਬਣਾਇਆ ਨਹੀਂ ਸਿੱਖਾਂ ਨੇ? ਕੀ ਗੁਰੂ ਸਾਹਿਬ, ਕੀ ਪ੍ਰਬੰਧਕਾਂ ਨੂੰ ਉਸ ਵੇਲੇ ਬਾਹਰ ਆ ਕੇ ਸਤਿਗੁਰ ਸਾਹਿਬ, ਭਾਵੇਂ ਸੱਚਖੰਡ ਸਾਹਿਬ 'ਚ ਨਹੀਂ ਵੀ ਬਿੱਡਾਂ ਤੇ ਥਾਂ, ਪੀੜਾ ਸਾਹਿਬ ਲਾ ਕੇ ਗੁਰੂ ਸਾਹਿਬ ਜੀ ਨੂੰ ਤਾਂ ਲੈ ਲੈਂਦੇ, ਪਰ ਉਹ ਬਾਹਰੋਂ ਜਵਾਬ ਦੇ ਦੇਣਾ ਜਿੱਦਾਂ ਆਪਾਂ ਮੰਗਤਿਆਂ ਨੂੰ ਮੋੜ ਦਿੰਦੇ ਕਿ ਤੇਰੇ ਲਈ ਕੁਝ ਹੈ ਨਹੀਂ, ਸਾਡੇ ਕੋਲ ਅੱਗੇ ਚੱਲ ਜਾ ਅਗਲੇ ਘਰ। ਸੋ ਦੁਖੀ ਹਿਰਦੇ ਨਾਲ ਭਾਈ ਸਾਹਿਬ ਆਪਾਂ ਇਹ ਐਡ ਕਰਦੇ ਹਾਂ ਕਿ ਇਹ ਇਕੱਲਾ ਇੱਕ ਇਨਸੀਡੈਂਟ ਨਹੀਂ, ਹਰ ਰੋਜ਼ ਸਾਨੂੰ ਇਦਾਂ ਦੀਆਂ ਦੇਖਣ ਨੂੰ ਚੀਜ਼ਾਂ ਮਿਲਦੀਆਂ। ਪਰ ਵਪਾਰ ਵਿੱਚੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਕਿਵੇਂ ਮੋਹਰੇ ਲੈ ਕੇ ਆਉਣਾ ਸਿੱਖਾਂ ਦੇ, ਇਹ ਆਪਾਂ ਸਾਰਿਆਂ ਨੂੰ ਯਤਨ ਕਰਨਾ ਪੈਣਾ ਜੀ। ਬਿਲਕੁਲ ਬਿਲਕੁਲ। ਇਹ ਘਟਨਾਵਾਂ ਜਿਹੜੀਆਂ ਨੇ ਨਿਤ ਦਿਨ ਜਿਹੜੀਆਂ ਆਪਣੇ ਸਾਹਮਣੇ ਆਉਂਦੀਆਂ ਨੇ, ਸੋ ਜਿਹਨੂੰ ਰੋਕਣ ਦੇ ਲਈ ਜਿਹੜਾ ਸਤਿਕਾਰ ਕਮੇਟੀ ਹਮੇਸ਼ਾ ਪਾਬਾਂ ਭਾਰ ਰਹਿੰਦੀ ਹੈ। ਜਿਵੇਂ ਕਿ ਕੁਝ ਘਟਨਾਵਾਂ ਨੇ ਇਹ ਜਿਹੜੀਆਂ ਤੁਹਾਨੂੰ ਸਿੰਘ ਦੱਸ ਰਹੇ ਨੇ ਕਿ ਇਹ ਐਸੀਆਂ ਘਟਨਾਵਾਂ ਹੁੰਦੀਆਂ ਨੇ, ਯੂਕੇ ਨਹੀਂ ਪੂਰੀ ਦੁਨੀਆ ਦੇ ਵਿੱਚ ਹੁੰਦੀਆਂ, ਪਰ ਆਪਾਂ ਖਾਸ ਤੌਰ ਤੇ ਯੂਕੇ ਦੀ ਗੱਲ ਕਰ ਰਹੇ ਹਾਂ। ਸੋ ਐਸੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਹੋਰ ਵੀ ਉਪਰਾਲੇ ਬਹੁਤ ਜ਼ਰੂਰੀ ਹੈ। ਸੋ ਸਤਿਕਾਰ ਕਮੇਟੀ ਵੱਲੋਂ ਇੱਕ ਨਵਾਂ ਜਿਹੜਾ ਉਪਰਾਲਾ ਕੀਤਾ ਗਿਆ, ਵਿੱਢਿਆ ਗਿਆ। ਸੋ ਇਹ ਸਾਰੇ ਸੰਗਤ ਜਿਹੜੀ ਵਸਦੀ ਹੈ ਦੁਨੀਆ ਭਰ ਦੇ ਵਿੱਚ, ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਿਰੇ ਚੜ੍ਹਨਾ। ਮੈਂ ਤੁਹਾਨੂੰ ਦੱਸ ਦਿੰਦਾ, ਉਸ ਤੋਂ ਬਾਅਦ ਭਾਈ ਮੋਹਨ ਸਿੰਘ ਹੋਰਾਂ ਵੱਲ ਵੀ ਆਪਾਂ ਆਉਨੇ ਆ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਜਿਹੜਾ ਬਣਾਇਆ ਜਾ ਰਿਹਾ, ਜਿਹਦੇ ਵਿੱਚ ਇਹ ਸਰੂਪ ਜਿਹੜੇ ਨੇ ਉਹ ਲਿਆ ਕੇ ਰੱਖੇ ਜਾਣਗੇ। ਜਿੱਥੋਂ ਜਿੱਥੋਂ ਵੀ ਐਸੀਆਂ ਬੇਅਦਬੀ ਦੀਆਂ ਘਟਨਾਵਾਂ ਹੁੰਦੀਆਂ, ਉਹ ਸਰੂਪ ਜਿਹੜੇ ਨੇ, ਚਾਹੇ ਗੁਟਕਾ ਸਾਹਿਬ ਹੋਣ, ਚਾਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੋਣ, ਉੱਥੇ ਲਿਆ ਕੇ ਸੁਸ਼ੋਭਿਤ ਕੀਤੇ ਜਾਣਗੇ। ਸੋ ਅੱਗੇ ਜਿਹੜੇ ਉੱਥੇ ਸਿੰਘ ਹੋਰ ਜਿਹੜੇ ਅੱਗੇ ਕਾਰਜ ਜਿਹੜੇ ਆ ਉਹ ਕਰਨਗੇ। ਸੋ ਇਹ ਜਿਹੜਾ ਭਵਨ ਬਣਾਇਆ ਜਾ ਰਿਹਾ ਜੀ,
ਇਹ ਤੁਹਾਡੇ ਸਹਿਯੋਗ ਦੇ ਨਾਲ ਬਣਾਇਆ ਜਾਣਾ ਹੈ। ਕਿਉਂਕਿ ਆਪਾਂ ਜਦੋਂ ਗੱਲ ਕਰਦੇ ਹਾਂ ਨਾ, ਆਪਾਂ ਆਪਣੇ ਬੱਚਿਆਂ ਦੇ ਵਿਆਹਾਂ ਦੀ ਗੱਲ ਕਰਦੇ ਹਾਂ, ਪਾਰਟੀਆਂ ਦੀ ਗੱਲ ਕਰਦੇ ਹਾਂ, ਜਾਂ ਹੋਰ ਜਿਹੜੇ ਰਟਰਮ ਪਟਰਮ ਬਹੁਤ ਕੁਝ ਕਰਦੇ ਹਾਂ, ਉਹਦੇ ਉੱਤੇ ਅੰਨਾ ਪੈਸਾ ਜਿਹੜਾ ਹੈ ਉਹ ਵਹਾਇਆ ਵੀ ਜਾਂਦਾ ਹੈ। ਇਹਦੇ ਉੱਤੇ ਕੋਈ ਆਪਾਂ ਕੋਈ ਇਸ ਤਰ੍ਹਾਂ ਦੀ ਨਹੀਂ ਕਰਦੇ ਕਿ ਕਿਉਂ ਕਰ ਰਹੇ ਹੋ, ਤੁਹਾਡਾ ਪੈਸਾ ਹੈਗਾ ਤੁਸੀਂ ਜ਼ਰੂਰ ਕਰੋ। ਪਰ ਹਰ ਇੱਕ ਸਿੱਖ ਦੇ ਲਈ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਉਸ ਤੋਂ ਬਾਅਦ ਬਾਕੀ ਦੀਆਂ ਗੱਲਾਂ ਨੇ। ਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਵਾਸਤੇ ਇਹ ਭਵਨ ਜਿਹੜਾ ਖਾਸ ਤੌਰ ਦੇ ਉੱਤੇ ਯੂਕੇ ਦੀ ਧਰਤੀ ਤੇ ਬਣਾਇਆ ਜਾਣਾ, ਸੋ ਇਹਦੇ ਲਈ ਤੁਹਾਡੇ ਸਹਿਯੋਗ ਦੀ ਲੋੜ ਹੈਗੀ ਆ। ਤੁਸੀਂ ਸੇਵਾ ਜਿਹੜੀ ਹੈ ਉਹ ਜ਼ਰੂਰ ਇਹਦੇ ਵਾਸਤੇ ਆਪਣੀ ਭੇਜਣੀ ਹੈ। ਇਹਦੀ ਡਿਟੇਲ ਜਿਹੜੀ ਹੈਗੀ ਹੈ ਆਪਾਂ ਸਿੰਘਾਂ ਦੇ ਕੋਲੋਂ ਹੀ ਲੈਂਦੇ ਆ। ਭਾਈ ਮਨਵੀਰ ਸਿੰਘ ਜੀ, ਇਹਦੇ ਬਾਰੇ ਦੱਸੋ, ਫਿਰ ਆਪਾਂ ਭਾਈ ਮੋਹਨ ਸਿੰਘ ਹੋਰਾਂ ਵੱਲ ਆਉਂਦੇ ਆ ਜੀ। ਹਾਂਜੀ, ਇਹ ਸਥਾਨ ਜੀ ਵੈਸਟ ਬ੍ਰਹਮਿਸ਼ ਦੇ ਵਿੱਚ ਹੈ ਜੀ। ਅੱਛਾ ਜੀ। ਇਹ 30 ਮਾਰਚ ਨੂੰ ਆਕਸ਼ਨ ਤੇ ਜਾ ਕੇ ਇਹ ਪ੍ਰਾਪਰਟੀ ਖਰੀਦੀ ਗਈ ਹੈ। ਠੀਕ ਹੈ। ਤੇ ਪਰ ਅਸੀਂ ਸਾਰੇ ਆਪਾਂ ਲਾ ਲਓ ਕਿ ਆਪਾਂ ਸਾਰੇ ਕੰਮ ਕਰਨ ਵਾਲੇ ਆ ਜੀ, ਕੋਈ ਇਦਾਂ ਦੇ ਬਿਜ਼ਨਸ ਵਾਲੇ ਹੈ ਨਹੀਂ ਕੋਈ ਵੀ ਜਣਾ। ਤੇ ਜਿੰਨਾ ਸਾਡੇ ਕੋਲ ਪਹਿਲਾਂ ਸੰਗਤਾਂ ਨੇ ਸੇਵਾਵਾਂ ਦਿੱਤੀਆਂ ਸੀਗੀਆਂ ਉਹ ਤਕਰੀਬਨ 40,000 ਪਾਉਂਡ ਸੀ। ਤੇ ਇੱਕ ਸਿੱਖ ਨੇ 10,000 ਪਾਉਂਡ ਹੋਰ ਦਿੱਤਾ। ਇਹਨਾਂ ਨੇ ਬੀਬੀ ਬਲਵਿੰਦਰ ਕੌਰ ਜੀ ਨੇ ਆਪਣੇ ਅਕਾਊਂਟ ਚੋਂ 17,000 ਪਾਉਂਡ ਹੋਰ ਦਿੱਤਾ ਤੇ ਉਹ ਡਿਪੋਜ਼ਿਟ ਰੱਖਿਆ ਗਿਆ। ਕੁਝ ਲੋਕਾਂ ਨੇ ਬਹੁਤ ਬਾਹਰ ਮੀਡੀਆ ਦੇ ਵਿੱਚ ਇਦਾਂ ਦਾ ਗੰਦ ਕੂੜ ਫੈਲਾਇਆ ਆ ਕਿ ਇਹਨਾਂ ਕੋਲ ਸ਼ਾਇਦ 2 ਮਿਲੀਅਨ ਪਾਉਂਡ ਆ। ਉਹ ਲੋਕ ਚਲੋ ਉਹ ਆਪ ਦਾ ਜਵਾਬ ਉਹ ਦੇਣਗੇ, ਪਰ ਇਸ ਵੇਲੇ ਆਪਣੇ ਕੋਲ ਤਕਰੀਬਨ 2,70,000 ਪਾਉਂਡ ਹੋਇਆ, ਜਿਹਦੇ ਵਿੱਚ GoFundMe ਪੇਜ ਚੱਲਦਾ ਆ। ਉਹਦੇ ਤੇ ਇਸ ਵੇਲੇ ਸ਼ਾਇਦ ਮੈਂ ਚੈੱਕ ਨਹੀਂ ਕੀਤਾ 165 ਕੁਛ ਇੰਨਾ ਹੈ। ਠੀਕ ਹੈ। ਤੇ ਜਿਹੜਾ ਸਤਕਾਰ ਕਮੇਟੀ ਦੇ ਅਕਾਊਂਟ ਵਿੱਚ ਡਾਇਰੈਕਟ ਕੁਝ ਬਜ਼ੁਰਗ ਜਿਹੜੇ ਇਵੇਂ ਆਨਲਾਈਨ ਨਹੀਂ ਪਾ ਸਕਦੇ, ਉਹਨਾਂ ਨੇ ਆਪਣੇ ਕੋਲੋਂ ਡੀਟੇਲ ਲੈ ਕੇ 1,05,000 ਉਹਦੇ ਵਿੱਚ ਆ। ਸੋ ਇਸ ਵੇਲੇ 2,70,000 ਦੇ ਕਰੀਬ ਆਪਣੇ ਕੋਲ ਹੈ। ਤੇ ਤਕਰੀਬਨ ਆਪਾਂ ਨੂੰ 4 ਲੱਖ ਪਾਉਂਡ ਉਸ ਹਿਸਾਬ ਦੇ ਨਾਲ ਅਜੇ ਹੋਰ ਚਾਹੀਦਾ। ਪਰ ਆਪਣੀ ਕੋਲ ਡੈਡਲਾਈਨ ਹੈਗੀ 27 ਜਿਹੜੀ 27 ਅਪ੍ਰੈਲ ਦੀ ਹੈ। 3 ਦਿਨ ਰਹਿੰਦੇ ਆ ਜੀ ਹੋਰ। ਅਸੀਂ ਯਤਨ ਕੀਤਾ ਸੀ, ਪਰ ਜਦੋਂ ਸਿੱਖ ਕਹਾਉਣ ਵਾਲੇ ਇਹਨਾਂ ਚੀਜ਼ਾਂ ਵਿੱਚ ਦੁਬਦਾ ਪਾ ਦੇਣਗੇ, ਪਾਈ ਵੀ ਉਹ ਜਿਹੜੇ ਲੋਕ ਆਪ ਵਪਾਰ ਕਰਦੇ ਆ, ਜਿਹੜੇ ਗੁਰੂ ਸਾਹਿਬ ਜੀ ਦਾ ਸੁਖਮਨੀ ਸਾਹਿਬ, ਅਖੰਡ ਪਾਠ ਸਾਹਿਬ ਕਿੰਨੇ ਦੇ ਵੇਚਣੇ ਆ, ਉਹ ਲੋਕ ਜਦੋਂ ਇਸ ਪਾਸੇ ਆ ਜਾਣ, ਜਾਂ ਜਿਹੜੇ ਲੋਕਾਂ ਗੁਰੂ ਘਰਾਂ ਦੇ ਕੋਲ ਉਹ ਫੈਸਿਲਿਟੀਜ਼ ਹੈ ਕਿ ਉਹ ਗੁਰੂ ਸਾਹਿਬ ਜੀ ਨੂੰ ਸਾਂਭ ਸਕਦੇ ਆ, ਪਰ ਸਾਡੇ ਕੋਲ ਪ੍ਰੋਪਰ ਉਹ ਸਬੂਤ ਆ ਕਿ ਅਸੀਂ ਚਿੱਠੀਆਂ ਲਿਖ ਕੇ ਬੇਨਤੀਆਂ ਕੀਤੀਆਂ ਸੀ, ਪਰ ਸਾਰਿਆਂ ਨੇ ਉਸ ਚੀਜ਼ ਨੂੰ ਇਗਨੋਰ ਕੀਤਾ ਆ। ਸੋ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਾਂ ਗੁਰੂ ਸਾਹਿਬ ਜੀ ਦਾ ਪਿਆਰ ਸਤਿਕਾਰ ਕਰਨਾ ਆ, ਜਾਂ ਇਹਨਾਂ ਨੂੰ ਗੁਰੂ ਸਾਹਿਬ ਜੀ ਨੂੰ ਵਪਾਰੀਆਂ ਵੱਲ ਹੀ ਰਹਿਣ ਦੇਣਾ, ਇਹ ਆਪਾਂ ਕਰਨਾ। ਪਰ ਸਿੱਖ ਇਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਗਿਆ ਕਿ ਸਿੱਖ ਇੱਥੇ ਤੱਕ ਆ ਗਏ ਹੁਣ ਕਿ ਕੱਲ ਅਸੀਂ ਗਏ ਸੀ ਇੱਕ ਥਾਂ ਤੇ ਲੰਡਨ ਵੱਲ, ਉੱਥੇ 7 ਬੀਬੀਆਂ ਨੇ ਆਪਣੀਆਂ ਮੁੰਦੀਆਂ ਸੋਨੇ ਦੀਆਂ, ਕਹਿੰਦੇ ਹੁੰਦੇ ਕਿ ਬੀਬੀ ਲਈ ਗਹਿਣਾ ਬਹੁਤ ਪਿਆਰਾ ਹੁੰਦਾ, ਪਰ ਉਹਨਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਪਿਆਰੇ ਲੱਗੇ ਕਿ ਉਹਨਾਂ ਨੇ ਆਪਣੇ ਗਹਿਣੇ ਵੀ ਮੋਹਰੇ ਰੱਖ ਦਿੱਤੇ ਕਿ ਲਓ ਸਿੰਘੋ ਤੁਸੀਂ ਬਣਾਓ, ਤਿਆਰੀ ਕਰੋ। ਪਰ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਚੱਕੀਆਂ ਸੀ ਅੱਜ ਤੋਂ 50-50 ਸਾਲ ਪਹਿਲਾਂ ਦੀਆਂ ਗੁਰੂ ਘਰਾਂ ਨੂੰ ਚਲਾਉਣ ਦੀਆਂ, ਉਹਨਾਂ ਨੇ ਕਿਤੇ ਨਾ ਕਿਤੇ ਇਸ ਪਾਸਿਓਂ ਆਪਣਾ ਪਾਸਾ ਵਟਿਆ ਆ, ਜਿਹੜਾ ਬਹੁਤ ਦੁਖੀ ਕਰ ਰਿਹਾ। ਪਰ ਸਾਨੂੰ ਇੰਨਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਸ਼ਹੀਦ ਸਿੰਘਾਂ ਤੇ ਇੰਨਾ ਭਰੋਸਾ ਆ ਕਿ ਹਰ ਹਾਲਤ ਵਿੱਚ ਇਹ ਪ੍ਰਾਪਰਟੀ ਖਰੀਦੀ ਜਾਊਗੀ। ਇਹ ਉਹਨਾਂ ਤੇ ਭਰੋਸਾ ਆ ਆਪਾਂ ਨੂੰ ਜੀ। ਜੀ ਭਾਈ ਮੋਹਨ ਸਿੰਘ ਜੀ, ਮੈਂ ਆਪ ਜੀ ਵੱਲ ਆਉਣਾ ਚਾਹੁੰਦਾ। ਇਹ ਉਪਰਾਲਾ ਬਹੁਤ ਵੱਡਾ ਹੈ, ਇਹਦੇ ਲਈ ਸੰਗਤ ਦਾ ਸਹਿਯੋਗ ਚਾਹੀਦਾ। ਸੋ ਕਿਵੇਂ ਦੇਖਦੇ ਹੋ ਕਿ ਕਿਉਂ ਇਹ ਵਾਕਈ ਜ਼ਰੂਰਤ ਹੈ, ਜਿਵੇਂ ਭਾਈ ਹੋਰੀ ਦੱਸ ਰਹੇ ਨੇ? ਦੇਖੋ ਜੀ, ਸਿੰਪਲ ਚੀਜ਼ ਆ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨਾ ਕੋਈ। ਜੀ ਇਹ ਹੋਲੀ ਸਕ੍ਰਿਪਚਰ ਨਹੀਂ ਗੇ, ਇਹ ਤਾਂ ਪਰਮਾਤਮਾ ਦਾ ਰੂਪ ਆਪ ਆ। ਜੇ ਗੁਰੂ ਨਾਨਕ ਸਾਹਿਬ ਨੂੰ ਆਪਾਂ ਕਹਿ ਸਕਦੇ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਤੇ ਜੋਤ ਉਹੀ ਆ। ਜੇ ਅੱਜ ਗੁਰੂ ਨਾਨਕ ਉਹਨੂੰ ਗੁਰਦੁਆਰੇ ਨਾ ਬਣ ਦੇਣਗੇ, ਅੱਜ ਆਹ ਗੱਲ ਜਿਹੜੀ ਹੁਣ ਆਪਣੇ ਮਨਵੀਰ ਸਿੰਘ ਨੇ ਕਹੀ ਆ, ਸਾਡੀ ਲੂਈ ਖੜੀ ਹੋ ਗਈ ਆ ਕਿ ਸੁਣ ਕੇ, ਜਦੋਂ ਗੁਰੂ ਸਾਹਿਬਾਨ ਸਤਿਗੁਰੂ ਤੁਹਾਡੇ ਉੱਥੇ ਆਇਆ ਹੋਵੇ ਤੇ ਪ੍ਰਬੰਧਕ ਕਮੇਟੀ ਉਹਨੂੰ ਗੁਰੂ ਸਾਹਿਬ ਨੂੰ ਬਣਨਾ ਦੇਵੇ, ਦਿਸ ਰੀਅਲੀ ਹਰਟਸ ਜੀ। ਰਾਈਟ, ਹਰ ਸਿੱਖ ਨੂੰ ਆਪਾਂ ਦੇਖੋ ਵਰਲਡ ਵਾਈਡ, ਆਪਾਂ ਅੱਜ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਵਰਲਡ ਵਾਈਡ ਲੰਗਰ ਲੱਗੇ ਆ ਦੁਨੀਆ ਦੀ ਖਾਤਰ। ਆਸਟ੍ਰੇਲੀਆ ਹੋਈ, ਕੈਲੀਫੋਰਨੀਆ ਹੋਈ, ਜਿੱਥੇ ਜਿੱਥੇ ਵੀ ਲੋੜ ਸੀ ਆਪਣੇ ਸਾਰੇ ਜਾਂਦੇ, ਭੁਚਾਲ ਹੁੰਦੇ ਸਾਰੇ ਜਾਂਦੇ। ਬਿਲਕੁਲ। ਪਰ ਜਦੋਂ ਸਾਡੇ ਗੁਰੂ ਸਾਹਿਬ ਨੂੰ ਲੋੜ ਆ ਉਦੋਂ ਕਿੱਥੇ ਅਸੀਂ? ਸੋਚਣਾ ਪੈਣਾ। ਹਰ ਗੁਰਦੁਆਰੇ ਦੇ ਵਿੱਚ, ਯੂਕਰੇਨ ਦੇ ਵਿੱਚ ਲੜਾਈ ਹੋ ਰਹੀ ਆ, ਉੱਥੇ ਕਲੈਕਸ਼ਨਾਂ ਹੋ ਰਹੀਆਂ ਕੱਪੜਿਆਂ ਦੀਆਂ, ਦਵਾਈਆਂ ਦੀਆਂ, ਹੋਰ ਚੀਜ਼ਾਂ ਦੀਆਂ, ਤੇ ਜਿੱਥੇ ਸਾਨੂੰ ਲੋੜ ਹੈ ਸਾਡੇ ਗੁਰੂ ਸਾਹਿਬਾਨ ਦੇ ਸਥਾਨ ਲਈ, ਉੱਥੇ ਕਿਉਂ ਨਹੀਂ? ਇਹ ਕੁਐਸਚਨ ਆਪਾਂ ਨੂੰ ਆਪ ਆਪਣੇ ਮਨ ਦੇ ਵਿੱਚ ਕਰਨਾ ਪੈਣਾ
ਕਿ ਗੁਰੂ ਸਾਹਿਬ ਆਪਾਂ ਨੂੰ ਪਿਆਰਿਆ ਕਿ ਜਿਹੜੀ ਵਾਹ ਸਾਨੂੰ ਬਾਹਰ ਮਿਲਦੀ ਵੀ ਆਪਾਂ ਲੋਕਾਂ ਨੂੰ ਲੰਗਰ ਖਿਲਾ ਰਹੇ, ਉਹਦੀ ਵਾਹ ਚਾਹੀਦੀ ਆ ਤੁਹਾਨੂੰ। ਬਿਲਕੁਲ ਹੈ ਨਾ। ਮੈਂ ਤੇ ਕਿ ਹੱਥ ਜੋੜ ਕੇ ਅਪੀਲ ਕਰਦਾ ਕਿ ਇਹ ਬਹੁਤ ਸੁਨਹਿਰੀ ਮੌਕਾ ਆਪਣਾ ਇਸ ਟਾਈਮ ਤੇ ਆਪਾਂ ਹੈਗੇ ਆ ਦੁਨੀਆ ਤੇ ਮਹਾਰਾਜ ਨੇ ਜਿਹਦੇ ਕੋਲੋਂ ਸੇਵਾ ਕਰਾਉਣੀ ਹੈ ਨਾ, ਇਹ ਇੱਕ ਕਹਿ ਲਓ ਇਤਿਹਾਸ ਆ ਜੀ ਜੀ। ਤੇ ਜੇ ਅਸੀਂ ਅੱਜ ਆਪਣੇ ਗੁਰੂ ਸਾਹਿਬ ਲਈ ਨਹੀਂ ਖੜੇ, ਫਿਰ ਤੁਸੀਂ ਖੜੇ ਕਿੱਥੇ ਆ? ਫਿਰ ਤੇ ਸਾਨੂੰ ਹੈ ਨਾ, ਮੈਂ ਸਾਧ ਸੰਗਤ ਜੀ ਕਦੀ ਸਾਡੇ ਸ਼ਬਦ ਕੌੜੇ ਹੁੰਦੇ ਆ, ਫਿਰ ਸਾਨੂੰ ਡੁੱਬ ਕੇ ਮਰ ਜਾਣਾ, ਕਿਉਂਕਿ ਗੁਰੂ ਸਾਹਿਬ ਤੋਂ ਕੋਈ ਚੀਜ਼ ਉੱਚੀ ਨਹੀਂ ਗੀ। ਮੈਂ ਤੁਹਾਨੂੰ ਕਈ ਕੋਟ ਦੇ ਸਕਦਾ ਬਾਣੀ ਤੋਂ, ਇਹ ਹੋਲੀ ਸਕ੍ਰਿਪਚਰ ਨਹੀਂ ਗੇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਬਾਣੀ ਗੁਰੂ ਹੈ ਬਾਣੀ। ਇਹ ਸ਼ਬਦ ਬਹੁਤ ਵੱਡਾ ਜੀ। ਇਹ ਤਾਂ ਬ੍ਰਹਮ ਵਿਚਾਰ ਹੈ, ਇਹ ਬ੍ਰਹਮ ਦਾ ਵਿਚਾਰ ਹੈ, ਇਹ ਧੁਰੋਂ ਆਇਆ। ਜੀ ਜੀ ਜੀ। ਤੇ ਜੇ ਇਹਦਾ ਅਸੀਂ ਸਤਿਕਾਰ ਨਹੀਂ ਕਰ ਸਕਦੇ, ਫਿਰ ਕਰਨਾ ਕਿਹਦਾ? ਤੇ ਫਿਰ ਆ ਜਿਹੜੀਆਂ ਪ੍ਰਬੰਧਕ ਦੀਆਂ ਕੁਰਸੀਆਂ ਆ, ਅਸੀਂ ਸੰਭਾਲ ਕੇ ਬੈਠੇ ਆ ਕਿਹੜੀ ਖਾਤਰ? ਗੁਰਦੁਆਰੇ ਵੀ ਤਾਂ ਚੱਲਦੇ ਕਿਉਂਕਿ ਸਤਿਗੁਰ ਉੱਥੇ ਆ ਜੀ, ਨਹੀਂ ਤੇ ਇਟਸ ਜਸਟ ਅ ਬਿਲਡਿੰਗ। ਹਾਂਜੀ ਹਾਂਜੀ ਬਿਲਕੁਲ। ਸੋ ਸਾਧ ਸੰਗਤ ਜੀ, ਇਟਸ ਫਰਮ ਦ ਬਰਥ ਆਫ ਮਾਈ ਹਾਰਟ, ਆਪਾਂ ਨੂੰ 10 ਕੱਢੋ, 20 ਕੱਢੋ, 30 ਕੱਢੋ, 40 ਕੱਢੋ, ਆਪਣਾ ਦਸਵੰਧ ਕੱਢੋ। ਆਪਾਂ 5 ਲੱਖ ਆ ਯੂਕੇ ਦੇ ਵਿੱਚ ਜੀ, ਤੇ ਜੇ 1-1 ਪਾਉਂਡ ਵੀ ਆਪਾਂ ਪਾਈਏ ਤਾਂ ਫੇਰ ਵੀ ਆਪਣਾ ਕੰਮ ਬਣ ਜਾਂਦਾ। ਬਿਲਕੁਲ ਬਿਲਕੁਲ। ਤੇ 1 ਪਾਉਂਡ ਦੇ ਤੁਸੀਂ ਇੱਥੇ ਤੁਸੀਂ ਨਾ ਬਾਹਰ ਜਾਓ ਕਿਸੇ ਦੁਕਾਨ ਦੇ ਉੱਤੇ, ਤੇ ਤੁਹਾਨੂੰ ਅੱਜ ਕੱਲ ਕੈਨ ਆਫ ਕੋਕ ਤੇ ਪੈਕਟ ਕ੍ਰਿਸਪ ਨਹੀਂ ਮਿਲਣਾ। ਤੁਸੀਂ ਉਹਦੀ ਵੈਲਿਊ ਉਹ ਪਾ ਰਹੇ ਆ ਗੁਰੂ ਸਾਹਿਬ ਦੀ। ਜੀ 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 ਜੀ। ਮੇਰੇ ਕੋਲੋਂ ਹੋਰ ਤੁਸੀਂ ਗੱਲਾਂ ਹੀ ਨਾ ਕਹਾਓਗਾ ਕਿ ਗੁੱਸਾ ਆਉਂਦਾ ਜਦੋਂ ਮੈਂ ਪਿਕਚਰਾਂ ਦੇਖਦਾ, ਜਦੋਂ ਮੈਂ ਇਹਨਾਂ ਦੀ ਸੁਣਦਾ। ਕਈ ਗੱਲਾਂ ਤਾਂ ਅਸੀਂ ਸੁਣੀਆਂ ਵੀ ਨਹੀਂ, ਜਿੱਦਾਂ ਅੱਜ ਹੀ ਸੁਣੀਆਂ ਆ ਜੀ। ਸੋ ਮੈਂ ਕਹਿੰਦਾ ਵੀ ਜ਼ਰੂਰ ਸਾਧ ਸੰਗਤ ਜੀ, ਲੁੱਕ ਡੀਪ ਵਿਦਿਨ yourselves ਐਂਡ ਯੂ ਨੋ ਵਾਟ, ਡਿਗ ਡੀਪ ਇਨਟੂ ਯੋਰ ਪਾਕਟ। ਸਾਧ ਸੰਗਤ ਜੀ, ਡੋਂਟ ਥਿੰਕ ਵੀ ਮੇਰੇ ਪੈਸੇ ਥੋੜੇ ਆ ਜਾਂ 10 ਪਾਉਂਡ ਜਾਂ 20 ਪਾਉਂਡ ਜਾਂ ਤਿਵਕਾ ਆਪਾਂ ਪਾਵਾਂਗੇ ਤਾਂ ਉਹ ਬਾਲਟੀ ਭਰੂਗੀ। ਤੇ ਇਹ ਕੰਮ, ਇਹ ਕਾਰਜ ਹੋਣਾ ਆ, ਹੋ ਕੇ ਰਹਿਣਾ ਵੀ ਆ, ਪਰ ਆਪਾਂ ਦੇਖਣਾ ਵੀ ਕਿਹੜਾ ਗੁਰਸਿੱਖ ਨੇ ਆਪਣੀ ਸੇਵਾ ਪਾਈ ਆ ਵਿੱਚ। ਇਹ ਇੱਕ ਚੀਜ਼ ਮੈਂ ਤੁਹਾਨੂੰ ਕਹਿ ਦਿੰਦਾ। ਹਾਂਜੀ। ਗੁਰਬਾਣੀ ਵਿੱਚ ਮਹਾਰਾਜ ਕਹਿੰਦੇ ਆ ਇੱਕੋ ਹੀ ਚੀਜ਼ ਇਫੈਕਟ ਆ, ਹੋਰ ਸਾਰੀਆਂ ਚੀਜ਼ਾਂ ਹਨਾ ਇਹ ਗਲਤ ਵੀ ਹੋ ਸਕਦੀਆਂ, ਸੱਚ ਵੀ ਹੋ ਸਕਦੀਆਂ, ਮੈਂ ਇੱਕੋ ਚੀਜ਼ ਇਫੈਕਟ ਆ, ਜੋ ਉਪਜਿਓ ਸੋ ਕਾਲ ਸੰਗਰਿਆ। ਜਿਹੜੀ ਚੀਜ਼ ਪੈਦਾ ਹੋਗੀ ਉਹਨੇ ਮਰਨਾ ਵੀ ਮਰਨਾ। ਬਿਲਕੁਲ। ਜਦੋਂ ਆਪਾਂ ਮਰੇ ਤੇ ਜਾਣਾ ਹੈਗਾ ਆ, ਕਿਆ ਜਾਣਾ ਕਿ ਮਰेंगे ਕੈਸਾ ਮਰਨਾ ਹੋਏ, ਇਹ ਨਹੀਂ ਪਤਾ ਕਦੋਂ ਆਪਾਂ ਜਾਣਾ, ਕਿੱਥੇ ਹੋਣਾ, ਕਦੋਂ ਹੋਣਾ। ਪਰ ਜਦੋਂ ਆਪਾਂ ਜਾਵਾਂਗੇ, ਕਿਹੜਾ ਮੂੰਹ ਦਿਖਾ ਲਾਂਗੇ ਆਪਣੇ ਸੱਚੇ ਪਾਤਸ਼ਾਹ ਨੂੰ ਕਿ ਜਦੋਂ ਤੈਨੂੰ ਲੋੜ ਸੀ ਅਸੀਂ ਆਪਣਾ ਮੂੰਹ ਮੋੜ ਦਿੱਤਾ। ਬਿਲਕੁਲ ਬਿਲਕੁਲ। ਫਿਰ ਤਾਂ ਨਰਕਾਂ ਦਾ ਹੀ ਹੈ ਨਾ ਆਪਣਾ ਚੱਕਰ ਹੋਣਾ। ਸੋ ਇਸੇ ਚੀਜ਼ ਤੇ ਮੈਂ ਬੇਨਤੀ ਕਰਦਾ ਸਾਧ ਸੰਗਤ ਜੀ, ਤੁਹਾਡੇ ਆ ਰਹੀ ਆ ਥੱਲੇ ਆਪਾਂ ਜਿਹੜੀ ਅਕਾਊਂਟ ਡਿਟੇਲਸ ਆ ਰਹੀ ਆ, ਤੇ ਸਾਧ ਸੰਗਤ ਜੀ ਸੋਚਣ ਦੀ ਕੋਈ ਲੋੜ ਨਹੀਂ ਗੀ, ਡੂ ਇਟ ਸਟ੍ਰੇਟ ਅਵੇ। ਟਾਈਮ ਆਪਣਾ ਬਹੁਤ ਥੋੜਾ ਆ। ਬਿਲਕੁਲ ਬਿਲਕੁਲ। ਜਿਵੇਂ ਭਾਈ ਸਾਹਿਬ ਨੇ ਕਿਹਾ ਕਿ ਜੇ ਆਪਾਂ 5 ਲੱਖ ਦੀ ਗਿਣਤੀ ਦੇ ਵਿੱਚ ਯੂਕੇ ਦੇ ਵਿੱਚ ਵਸਦੇ ਆ, ਉਸ ਤੋਂ ਬਾਅਦ ਦੁਨੀਆ ਭਰ ਦੀ ਗੱਲ ਕਰ ਲੈਂਦੇ ਆ, ਸੋ ਬਹੁਤ ਆਪਾਂ ਘੱਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਵੀ ਇਸ ਟਾਰਗੇਟ ਪੂਰਾ ਕੀਤਾ ਜਾ ਸਕਦਾ। ਸੋ ਸੰਗਤ ਜੀ, ਕੋਈ ਜ਼ਿਆਦਾ ਔਖਾ ਨਹੀਂ ਹੈ। ਸਟ੍ਰੈਪ ਆ ਰਹੀ ਹੈ ਥੱਲੇ, ਉਹਦੇ ਉੱਤੇ ਡਿਟੇਲਸ ਲਿਖੀਆਂ ਹੋਈਆਂ ਨੇ, ਅਕਾਊਂਟ ਨੰਬਰ, ਸੋਰਟ ਕੋਡ ਵਗੈਰਾ, ਜੋ ਨਾਮ ਹੈ ਲਿਖਿਆ ਹੋਇਆ। ਤੁਸੀਂ ਡਾਇਰੈਕਟ ਉਹਦੇ ਵਿੱਚ ਜਿਹੜੀ ਹੈ ਪੈਸੇ ਭੇਜ ਸਕਦੇ ਹੋ, ਯਾਨੀ ਕਿ ਦਸਵੰਧ ਪਾ ਸਕਦੇ ਹੋ ਇਸ ਭਵਨ ਨੂੰ ਬਣਾਉਣ ਵਾਸਤੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਨੇ ਉਹ ਲਿਆ ਕੇ ਰੱਖੇ ਜਾਣਗੇ। ਹੋਰ ਵੀ ਉੱਥੇ ਜੋ ਵੀ ਕੰਮ ਹੋਣਾ, ਸੋ ਸਾਰਾ ਕੁਝ ਮੈਂ ਚਾਹੁੰਦਾ ਭੈਣ ਜੀ ਤੁਸੀਂ ਦੱਸਿਓ ਕਿ ਇਹ ਜਿਹੜਾ ਭਵਨ ਬਣਨ ਜਾ ਰਿਹਾ। ਜੀ, ਇੱਕ ਚੀਜ਼ ਮੈਂ ਥੋੜੀ ਕਹਿਣੀ, ਕਲੈਰੀਫਿਕੇਸ਼ਨ ਦੇਣੀ ਆ, ਤੇ ਮੈਂ ਕਲੈਰੀਫਿਕੇਸ਼ਨ ਲੈ ਵੀ ਲਈ ਇਹਨਾਂ ਦੀ। ਜੀ ਜੀ। ਬਾਹਰ ਸਮਝਦੇ ਅਸੀਂ ਗੁਰਦੁਆਰਾ ਬਣਾ ਰਹੇ ਹਾਂ। ਅੱਛਾ ਜੀ। ਇਹ ਗੁਰਦੁਆਰਾ ਨਹੀਂ ਬਣਾ ਰਹੇ, ਇਹ ਸਥਾਨ ਉੱਥੇ ਹੋਣੀ ਜਿੱਥੇ ਮਹਾਰਾਜ ਦੀ ਸੇਵਾ ਹੋਣੀ ਆ। ਉੱਥੇ ਕੋਈ ਇਨਕਮ ਨਹੀਂ, ਕਿਸੇ ਗੁਰਦੁਆਰੇ ਤੋਂ ਅਸੀਂ ਉਹਨਾਂ ਦੀ ਕੋਈ ਬਿਜ਼ਨਸ ਨਹੀਂ ਖੋ ਰਹੇ। ਠੀਕ ਹੈ ਠੀਕ ਹੈ। ਜੀ ਜੀ ਜੀ। ਇਹ ਸਿਰਫ ਤੇ ਸਿਰਫ ਇੱਕ ਸੇਵਾ ਦਾ ਸਥਾਨ ਹੋਣਾ ਬਸ। ਨਹੀਂ, ਬਹੁਤ ਵਧੀਆ ਜਿਹੜੀ ਚੀਜ਼ ਦੱਸਣੀ ਵੀ। ਭੈਣ ਜੀ, ਕਿਹੋ ਜਿਹਾ ਕੰਮ ਹੋਏਗਾ ਉੱਥੇ, ਕੀ ਕੀ ਸੇਵਾਵਾਂ ਹੋਣਗੀਆਂ ਇਸ ਭਵਨ ਦੇ ਵਿੱਚ, ਤਾਂ ਕਿ ਸੰਗਤ ਨੂੰ ਸਮਝ ਲੱਗ ਸਕੇ ਸਾਰੀ ਗੱਲਬਾਤ ਦੀ?
ਜਿਹੜੇ ਭਾਜੀ ਉਹਨਾਂ ਨੇ ਪੁਆਇੰਟ ਮੇਕ ਕੀਤੇ ਬਹੁਤ ਜ਼ਰੂਰੀ ਆ ਕਰਕੇ ਨਾ ਗੁਰਦੁਆਰੇ ਸਾਹਿਬਾਂ ਜੇ ਸਾਨੂੰ ਪੁੱਛੋ ਜਿਹੜੀ ਡਾਟਾ ਦੀ ਕਲੈਕਸ਼ਨ ਦੀ ਵੀ ਗੱਲ ਕੀਤੀ ਸੀ ਕਿ ਨਾ ਇਸ ਵੇਲੇ ਜਿੰਨੇ ਗੁਰਦੁਆਰੇ ਸਾਹਿਬਾਂ ਦੀ ਖੁੱਲ ਚੁੱਕੇ ਆਲਰੇਡੀ ਉੱਥੇ ਤੋਂ ਹੀ ਆਪਣਾ ਕੰਮ ਬੇਕਦਰੀ ਦਾ ਸ਼ੁਰੂ ਹੋਇਆ ਹੈ ਕਰਕੇ ਆਪਾਂ ਬੇਕਦਰ ਉਸ ਹੱਦ ਤੱਕ ਹੋ ਗਏ ਆ। ਇਹ ਜਿਹੜਾ ਲਾ ਲਓ ਇਹ ਜਿਹੜਾ ਸਥਾਨ ਆ ਇਹਨੂੰ ਆਪਾਂ ਚਲੋ ਜੇ ਇੰਗਲਿਸ਼ ਲਫ਼ਜ਼ਾਂ ਦੇ ਵਿੱਚ ਵਰਤੇ ਸੈਂਟਰ ਆਫ ਐਕਸਲੈਂਸ ਜਿਹਨੂੰ ਕਹਿੰਦੇ ਆ। ਉੱਥੇ ਮਹਾਰਾਜ ਸਾਹਿਬਾਂ ਦੀਆਂ ਸੇਵਾਵਾਂ ਵੀ ਹੋਣਗੀਆਂ, ਰੈਸਟੋਰੇਸ਼ਨ ਵੀ ਹੋਊਗੀ, ਉਹਨਾਂ ਦੇ ਪ੍ਰੈਜ਼ਰਵੇਸ਼ਨ ਵੀ ਹੋਗੀ ਕਿ ਲੌਂਗ ਟਰਮ ਦਾ ਉਹਨਾਂ ਦਾ ਇੰਪੈਕਟ ਤਾਂ ਕਿ ਉਹਨਾਂ ਦੀ ਸੇਵਾ ਸੰਭਾਲ ਕਿੱਦਾਂ ਹੋਣੀ ਚਾਹੀਦੀ ਆ ਤਾਂ ਕਿ ਉਹ ਲੌਂਗ ਟਰਮ ਲਈ ਆਪਣੇ ਪ੍ਰੈਜ਼ਰਵੇਸ਼ਨ ਹੋ ਜਾਵੇ। ਤਾਂ ਦੂਜੀ ਗੱਲ ਉਹਦੇ ਵਿੱਚ ਸ਼ੁੱਧ ਬਾਣੀ ਪੜ੍ਹਨ ਦੀ ਟ੍ਰੇਨਿੰਗ ਵੀ ਹੋਗੀ, ਅਕੈਡਮੀ ਵੀ ਚੱਲੂਗੀ। ਉੱਥੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹ ਦੇਖਣ ਨੂੰ ਮਿਲਿਆ ਸਾਨੂੰ ਕਿ ਜਿਨ੍ਹਾਂ ਨੂੰ ਆਪਾਂ ਕਹਿੰਦੇ ਆਮ ਇਨਸਾਨ ਇੱਕ ਤਾਂ ਹੁੰਦਾ ਨਾ ਸਿੱਖੀ ਸਰੂਪ ਦੇ ਵਿੱਚ ਪਰ ਉਹਨੂੰ ਇੱਕ ਪਹਿਨਾਵੇ ਤੱਕ ਕਈ ਵਾਰੀ ਉਹ ਚੀਜ਼ ਰਹਿ ਜਾਂਦੀ ਆ। ਆਪਾਂ ਜਿਹੜੇ ਕਿ ਇੱਥੇ ਸ੍ਰੀ ਸੱਚਖੰਡ ਸਾਹਿਬ ਦੇ ਵਿੱਚ ਆਮ ਸਾਡਾ ਇਹ ਸੁਭਾਅ ਬਣਿਆ ਸੀਗਾ, ਅਸੀਂ ਇਹ ਹਮੇਸ਼ਾ ਏਦਾਂ ਕੀਤਾ ਕਿ ਜਿਹੜਾ ਕਿਹੜਾ ਕੋਈ ਦਰ ਆ ਕੇ ਖੜਕਾਵੇ ਉਹਨਾਂ ਕੋ ਆਓ ਜੀ। ਕਿਤੇ ਕਿਸੇ ਜੇ ਤੁਸੀਂ ਜਰਨੀ ਤੇ ਕਿਤੇ ਵੀ ਹੋਵੋ ਆਪਣੀ ਜਰਨੀ ਦੇ ਵਿੱਚ ਸਿੱਖੀ ਦੀ ਜਰਨੀ ਦੇ ਵਿੱਚ ਚਾਹੇ ਤੁਸੀਂ ਸ਼ੁਰੂਆਤ ਹੋਈ ਚਾਹੇ ਤੁਹਾਨੂੰ ਕੁਝ ਵੀ ਜਾਣਕਾਰੀ ਨਹੀਂ ਚਾਹੇ ਤੁਸੀਂ ਆਪਣੇ ਆਪ ਨੂੰ ਪਹੁੰਚੇ ਕਹਾਉਂਦੇ ਆ ਜੋ ਵੀ ਤੁਸੀਂ ਕਿਸ ਲੈਵਲ ਤੇ ਇੱਥੇ ਦੁਨੀਆ ਦੇ ਵਿੱਚ ਅਸੀਂ ਉਹਨਾਂ ਨੂੰ ਆਓ ਭਾਵ ਕੀਤਾ ਤਾਂ ਉਹਨਾਂ ਨੂੰ ਵੈਲਕਮ ਕੀਤਾ ਤਾਂ ਉਹਦੇ ਵਿੱਚੋਂ ਕੀ ਦੇਖਣ ਨੂੰ ਮਿਲਿਆ ਜਿੱਦਾਂ ਨਹੀਂ ਕੋਮਲ ਬਣ ਨਿਕਲਦੇ ਇਦਾਂ ਦਾ ਸਿਚੁਏਸ਼ਨ ਹੋਇਆ ਕਿ ਬਹੁਤ ਡਿਵੈਲਪਮੈਂਟ ਹੋਈ ਇਨਸਾਨਾਂ ਦੇ ਵਿੱਚ ਸਿੱਖੀ ਦੇ ਨਾਲ ਹੋਰ ਜੁੜੇ ਪਿਆਰ ਭਾਵਨਾ ਉਹਨਾਂ ਦੀ ਵਧੀ। ਅਸੀਂ ਚਾਹੁੰਦੇ ਕਿ ਸੈਂਟਰ ਇਦਾਂ ਦਾ ਹੋਵੇ ਕਿ ਹਰੇਕ ਕੋਈ ਸਮਝੇ ਕਿ ਮੇਰਾ ਆ ਇਹ ਜਗ੍ਹਾ ਮੇਰੀ ਆ, ਮੈਂ ਜਾ ਕੇ ਉੱਥੇ ਸਿੱਖ ਸਕਦਾ ਆ, ਮੈਂ ਉੱਥੇ ਹਿੱਸਾ ਲੈ ਸਕਦਾ ਆ। ਉਹ ਪਰਸਨਲੀ ਕਰਕੇ ਤੁਹਾਡੀ ਪਰਸਨਲ ਰਿਲੇਸ਼ਨਸ਼ਿਪ ਜਿਹੜੀ ਮਹਾਰਾਜ ਸਾਹਿਬ ਦੇ ਨਾਲ ਉਹ ਹੋਰ ਵਧੇ ਫੁੱਲੇ। ਸੋ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਦੇ ਵਿੱਚ ਸਹਿਯੋਗ ਸੰਗਤ ਵੀ ਪਾਉਂਦੀ ਆ ਤਾਂ ਬਿਰਧ ਸਰੂਪ ਵੀ ਜਮ੍ਹਾਂ ਕਰਵਾ ਸਕਣ ਜਾ ਕੇ ਗੁਰਦੁਆਰਾ ਸਾਹਿਬਾਨਾਂ ਵਾਲੇ ਜਿੱਦਾਂ ਆਪਾਂ ਲਾ ਲਓ ਕਿ ਉਹ ਡਿਸਟ੍ਰੀਬਿਊਸ਼ਨ ਸੈਂਟਰ ਵੀ ਹੋਗੇ ਹੁਣ ਹੈਗੇ ਵੀ ਜਿੱਥੇ ਅਸੀਂ ਪਹਿਲਾਂ ਵੀ ਸੀਗੇ ਕਿ ਜਿਹੜੇ ਮਹਾਰਾਜ ਸਾਹਿਬ ਆਉਂਦੇ ਵੀ ਆ ਤਾਂ ਜਾਂਦੇ ਵੀ ਆ। ਇਸ ਵੇਲੇ ਆਪਾਂ ਜਿਹੜੇ ਕਹਿੰਦੇ ਸੀ ਜਿਹੜੇ ਸ੍ਰੀ ਸੱਚਖੰਡ ਸਾਹਿਬ ਆਲਰੇਡੀ ਤਿਆਰ ਸੀਗੇ ਉੱਥੇ 300 ਸਰੂਪ ਇਦਾਂ ਨਹੀਂ ਕਿ 300 ਸਰੂਪ ਓਵਰ ਦੀ ਈਅਰਸ ਕਲੇਕਸ਼ਨ ਹੋਈ ਆ 200 ਜਾਂ 250 ਸਰੂਪ ਗਏ ਵੀ ਆ। ਸੋ ਤਿਆਰ ਹੋ ਕੇ ਗਏ ਵੀ ਆ ਜਿਨ੍ਹਾਂ ਦੀ ਸੇਵਾ ਹੋ ਚੁੱਕੀ ਤੋਂ ਗਏ ਆ। ਫਿਰ ਗੁਰਦੁਆਰੇ ਵਾਲੇ ਕਹਿੰਦੇ ਕਿ ਸਾਡੇ ਕੋਲ ਇਹ ਵੀ ਐਕਸੈਸ ਜਾਂ ਘਰਾਂ ਚੋਂ ਵੀ ਆਉਣ ਲੱਗ ਪੈਂਦੇ। ਹੁਣ ਕੋਵਿਡ ਦਾ ਸਮਾਂ ਨਿਕਲਿਆ ਬਜ਼ੁਰਗ ਚੜ੍ਹਾਈ ਕੀਤੇ ਉਹ ਨਿਆਣੇ ਗੁਰਦੁਆਰੇ ਸਾਹਿਬ ਤੇ ਛੱਡ ਜਾਂਦੇ ਆ ਉਹ ਵੀ ਆਏ ਆ ਸਾਡੇ ਕੋਲ। ਸੋ ਅਸੀਂ ਕਹਿੰਦੇ ਕਿ ਸਾਰਿਆਂ ਦੁਨੀਆ ਭਰ ਨੂੰ ਯੂਰਪ ਵੀ ਜਾਂਦੇ ਆ ਮਹਾਰਾਜ ਸਾਹਿਬ ਆਲਰੇਡੀ ਕਿ ਦੁਨੀਆ ਭਰ ਨੂੰ ਇਹ ਪਤਾ ਹੋਵੇ ਕਿ ਇੱਕ ਹੈਗੀ ਜਗ੍ਹਾ ਜਿੱਥੇ ਤੁਸੀਂ ਇਹਦਾ ਹੋ ਸਕਦੀ ਸੇਵਾ। ਪਰ ਉਹ ਵੱਡੀ ਉਹਦੇ ਵਿੱਚੋਂ ਗੱਲ ਇਹ ਜ਼ਰੂਰੀ ਹੈ ਕਿ ਸੈਂਟਰ ਆਫ ਐਕਸਲੈਂਸ ਦਾ ਤਰੀਕਾ ਇਹ ਹੋਵੇ ਕਿ ਬਹੁਤ ਵੱਡੇ ਪੱਧਰ ਤੇ ਅਕੈਡਮੀ ਹੋਵੇ ਜਿਹਦੇ ਵਿੱਚ ਸਾਰੇ ਕੋਈ ਟ੍ਰੇਨਿੰਗ ਹਰੇਕ ਕੋਈ ਬੇਸਿਕ ਤੋਂ ਲੱਗ ਕੇ ਸੇਵਾਵਾਂ ਦੀ ਸਤਿਕਾਰ ਦੀ ਮਹਾਰਾਜ ਸਾਹਿਬਾਂ ਦੀ ਹਰ ਵੇਲੇ ਉਹ ਪ੍ਰਚਾਰ ਚੱਲਦਾ ਹੋਵੇ। ਇਹ ਸਾਰਾ ਕੁਝ ਉੱਥੇ ਹੋਏਗਾ। ਬਿਲਕੁਲ ਹੋਏਗਾ ਉੱਥੇ ਬਿਲਕੁਲ ਹੋਗਾ। ਇਹ ਗੁਰਦੁਆਰਾ ਨਹੀਂ ਇਹ ਮੁੜ ਕੇ ਬੇਨਤੀ ਇਹ ਕਰਦੇ ਆ ਕਿ ਅਸੀਂ ਆਪ ਕਹਿ ਰਹੇ ਕਿ ਐਕਸੈਸ ਜਿਹੜੇ ਗੁਰਦੁਆਰੇ ਉਹ ਚੀਜ਼ ਨਹੀਂ ਆਪਾਂ ਨੇ ਕੰਮ ਖਰਾਬ ਕਰਿਆ ਆਲਰੇਡੀ। ਜੀ ਨਹੀਂ ਬਹੁਤ ਵਧੀਆ ਇਹ ਆਪਾਂ ਕਹਿ ਸਕਦੇ ਹਾਂ ਕਿ ਇੱਕ ਅਕੈਡਮੀ ਦੇ ਤੌਰ ਦੇ ਉੱਤੇ ਇਸ ਨੂੰ ਬਣਾਇਆ ਜਾਣਾ ਹੈ। ਸੋ ਬੜਾ ਵੱਡਾ ਉਪਰਾਲਾ ਹੈ ਜੀ ਜਿੱਥੇ ਅਸੀਂ ਗੁਰਦੁਆਰਾ ਸਾਹਿਬਾਨ ਬਣਾਏ ਨੇ ਯੂਕੇ ਦੇ ਵਿੱਚ। ਆਪਾਂ ਦੇਖਦੇ ਹਾਂ ਕਿ ਆਪਾਂ ਸਿੱਖ ਕੌਮ ਦੀ ਜਿਹੜੀ ਆਪਾਂ ਗੱਲ ਕਰਦੇ ਚੜ੍ਹਦੀ ਕਲਾ ਨਗਰ ਕੀਰਤਨ ਨਿਕਲਦੇ ਨੇ ਗੁਰਦੁਆਰਾ ਸਾਹਿਬਾਨ ਸਮਾਗਮ ਕੀਤੇ ਜਾਂਦੇ ਨੇ 7-7 ਦਿਨ ਦੇ ਸਮਾਗਮ ਹੁੰਦੇ ਨੇ। ਸੋ ਬੜਾ ਗੁਰਬਾਣੀ ਦਾ ਪ੍ਰਵਾਹ ਵੀ ਚੱਲਦਾ ਤੇ ਚੜ੍ਹਦੀ ਕਲਾ ਦੇ ਵਿੱਚ ਸਿੱਖ ਕੌਮ ਜਿਹੜੀ ਇੱਥੇ ਵੱਸਦੀ ਹੈ। ਪਰ ਇਹੋ ਜਿਹੀਆਂ ਚੀਜ਼ਾਂ ਵੀ ਬਹੁਤ ਜ਼ਰੂਰਤ ਹੈਗੀ ਹੈ ਕਿ ਯੂਕੇ ਦੇ ਵਿੱਚ ਹੋਣ ਕਿਉਂਕਿ ਸਾਡਾ ਹੱਬ ਹੈ ਹੁਣ ਇਹ। ਜੇ ਆਪਾਂ ਯੂਰਪ ਦੀ ਗੱਲ ਕਰਦੇ ਹਾਂ ਜਿੰਨੀਆਂ ਵੀ ਕੰਟਰੀਜ਼ ਯੂਰਪ ਦੇ ਵਿੱਚ ਪੈਂਦੀਆਂ ਉਹਦੇ ਨਾਲੋਂ ਨਾਲ ਇੰਗਲੈਂਡ ਦੀ ਗੱਲ ਕਰਦੇ ਹਾਂ। ਸੋ ਇਸ ਨੂੰ ਸੈਂਟਰ ਦੇ ਤੌਰ ਤੇ ਮੰਨ ਕੇ ਐਸੀਆਂ ਅਕੈਡਮੀਜ਼ ਬਣਨੀਆਂ ਚਾਹੀਦੀਆਂ ਜਿਹੜਾ ਉਪਰਾਲਾ ਜਿਹੜਾ ਸ਼ੁਰੂ ਕੀਤਾ ਗਿਆ। ਪਰ ਇਹ ਸੰਪੂਰਨ ਤਾਂ ਹੋਣਾ ਹੈ ਜੇਕਰ ਸੰਗਤ ਸਹਿਯੋਗ ਕਰਦੀ ਹੈ ਜਿੱਥੇ ਅਸੀਂ ਬਹੁਤ ਸਾਰੇ ਖਰਚੇ ਕਰਦੇ ਹਾਂ ਐਨੂਅਲੀ ਕਰਦੇ ਹਾਂ ਮੰਥਲੀ ਕਰਦੇ ਹਾਂ ਸਾਡੇ ਬਹੁਤ ਸਾਰੇ ਡਾਇਰੈਕਟ ਡੈਬਿਟ ਵੀ ਲੱਗੇ ਹੁੰਦੇ ਨੇ। ਸੋ ਕੋਈ ਬਹੁਤਾ ਫਰਕ ਨਹੀਂ ਪੈਂਦਾ ਜੇਕਰ ਅਸੀਂ ਥੋੜੇ ਬਹੁਤੇ ਆਪਣੇ ਦਸਵੰਧ ਆਪਣੀ ਨੇਕ ਕਮਾਈ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕੱਢ ਕੇ ਇਸ ਭਵਨ ਵਾਸਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਜੋ ਕਿ ਵੈਸਟ ਬ੍ਰੋਮਿਚ ਦੇ ਵਿੱਚ ਬਣਾਇਆ ਜਾ ਰਿਹਾ ਜਿੱਥੇ ਇਹ ਸਾਰਾ ਕੁਝ ਹੋਣਾ ਹੈ। ਸੋ ਜਰੂਰ ਇਹਦੇ ਵਿੱਚ ਆਪਣਾ ਹਿੱਸਾ ਪਾਓ। ਸਾਰੀ ਡਿਟੇਲ ਥੱਲੇ ਦਿੱਤੀ ਹੈ। ਫੋਨ ਨੰਬਰਸ ਵੀ ਆ ਰਹੇ ਨੇ ਜੇਕਰ ਕੋਈ ਕਿਸੇ ਤਰ੍ਹਾਂ ਦਾ ਸਵਾਲ ਵੀ ਹੋਵੇ ਤੁਹਾਡਾ ਤਾਂ ਤੁਸੀਂ ਉਹ ਵੀ ਪੁੱਛ ਸਕਦੇ ਹੋ। ਅਮਨ ਸਿੰਘ ਜੀ ਮੈਂ ਚਾਹੁੰਦਾ ਕਿ ਤੁਸੀਂ ਵੀ ਕੁਝ ਐਡ ਜੇਕਰ ਕਰਨਾ ਚਾਹੋ ਜਰੂਰ ਕਰੋ ਤਾਂ ਕਿ ਸੰਗਤ ਤੱਕ ਜਿਹੜੀ ਹੈ ਸਾਡੀ ਗੱਲ ਜਿਹੜੀ ਹੈ ਬਖੂਬੀ ਪਹੁੰਚ ਸਕੇ ਜੀ। First and foremost, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। So ਮੈਂ ਕਹਿੰਦਾ ਵੀ ਥੋੜੀ ਇੰਗਲਿਸ਼ ਵਿੱਚ ਹੋ ਜਾਵੇ। Sure ਜੀ ਕਿਉਂਕਿ I'm sure you got a lot of viewers whose Punjabi might not be up to scratch. ਬਿਲਕੁਲ ਜੀ। So I'm sitting here, why am I here? I'm listening to Benji here, by Manveer Singh, and I was pained to begin with anyway when I found out
what's going on with Sri Guru Granth Sahib Ji Maharaj caused me a lot of pain to begin with. But sitting here listening to the stories of how Maharaj is being treated, how can I say, it really pains me. It's distressing. What are we going to do about it? So, hearing that Maharaj is being sold in a charity shop, come on, I'm appealing to the people there. We can't allow that to happen. Why are we allowing that to happen? If somebody puts their hand on your family member or your father or your mother, I'm sure that person would react within 5 seconds and do something about it. Yeah. So when it comes to Guru Granth Sahib Ji Maharaj, why are we so slow? ਜਿਹੜਾ ਸਾਡਾ ਸਾਰਿਆਂ ਦਾ ਹੀ ਪਿਓ ਆ Why are we? I'm watching the GoFundMe page, and I'm sorry to say, but how many Sikhs are in the UK? 500,000 Sikhs. It's not, for me, it's not going quick enough. I know that everything is changing with COVID and the price is going up and kharche and everything, right? But still, we've got a lot of big community with a lot of money there to give. We were supposed to give 10% of our income anyway. I mean, not asking for everything, but there has to be a push there. Like I said, if somebody touched your family member, you'd get hurt and you do something about it. And Maharaj is being mistreated. This seva that Manveer Singh is talking about is unique. There's nothing like it in the UK, in the world, I'm told. If I'm correct, if Manveer Singh is saying there's no seva like this in the world, this is going to be totally unique, brand new concept. And if somebody, I would say, like me, can sort of comprehend that in a small scale, I'm sure everybody else can. So, I mean, there's a female, Penji Gauri. I've got to add this because it's very important. She's born in a Christian family. She's raised by Christian, in Christian faith. She found Sikhi. She took Amrit. I don't mind mentioning her name, Rupa Kaur. And she's got no money. She lives on benefits. She's on her last £30. She put £15 in to the GoFundMe. She's on her last £30. She told me she don't get paid. I said, don't worry. You do the end. They're like, no, she felt the pain. And she's not even from the Sikh Panth. She's not even born in a Sikh family. She found Guru Sahib, been brought up in a Christian family. But she's willing to give money, and she hasn't got any money. And our Panth has got bundles, we're ਪਤਾ ਹੀ ਆ ਵੀ ਬਿਜ਼ਨਸ ਆਪਣੇ ਜਿਹੜੇ ਲੋਕ ਆ ਉਹਨਾਂ ਨੇ ਬਹੁਤ ਤਰੱਕੀਆਂ ਕੀਤੀਆਂ ਬਿਜ਼ਨਸ ਦੇ ਵਿੱਚ ਵੀ ਸਕਸੈਸਫੁਲ ਬਿਲਕੁਲ You got langars all over the world. ਕਿਤੇ ਵੀ ਭੁਚਾਲ ਆਉਂਦਾ we're there first. ਆ 2 ਫਰੰਟ ਤੇ ਯੂਕਰੇਨ ਦੇ ਉੱਤੇ ਆਪਣੀ ਸੇਵਾ ਕਰਦੇ ਆ ਉਹਦਾ ਵੀ ਖਰਚ ਆਉਂਦਾ ਹੀ ਹੈ ਹਾਂਜੀ as we are serving others we need to look at ourselves as well ਕਿ ਸਾਡੇ ਗੁਰੂ ਸਾਹਿਬਾਨ ਕੋਈ ਕਾਰ ਬੂਟ ਦੀ ਸੇਲ ਦੇ ਵਿੱਚ ਇਦਾਂ ਹੋਵੇ ਕਰ ਰਹੇ ਹੋਣ ਕਿਉਂ it's just there's so much pain ਕਿ ਜੇ ਅਸੀਂ ਆਪਣੀ ਸਹੀ ਹੈ ਨਾ ਭਾਵਨਾ ਕੱਢਣੀ ਹੋਵੇ ਤੇ ਫੇਰ this ain't going to be a show ਬਿਲਕੁਲ ਰੋਣ ਆਉਂਦਾ well I'm just saying if a Gauri can pay £15 out of a last £30 ਸਾਡਿਆਂ ਨੂੰ ਕੀ ਪੈਂਦਾ ਹੈ what's wrong with these people ਬਿਲਕੁਲ ਦੁਨੀਆ ਭਰ ਦੇ ਵਿੱਚ ਮੰਨਿਆ ਜਾਂਦਾ ਹੈ ਅੱਜ ਸਿੱਖ ਕੌਮ ਦਾ ਨਾਮ ਹੈਗਾ ਕਿ ਜਿਹੜੇ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਲੋਕ ਉਹਨਾਂ ਦੀ ਮਦਦ ਕਰਨ ਵਾਸਤੇ ਇੱਕੋ ਕੌਮ ਨਿਕਲਦੀ ਹੈ ਉਹ ਹੈ ਸਿੱਖ ਕੌਮ ਸੋ ਜੇਕਰ ਉਸ ਸਿੱਖ ਕੌਮ ਦਾ ਆਪਣਾ ਪਿਓ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਇਹਨਾਂ ਹਾਲਾਤਾਂ ਦੇ ਵਿੱਚ ਹੋਵੇ ਤਾਂ ਫਿਰ ਸਾਡੇ ਲਈ ਸ਼ਰਮ ਵਾਲੀ ਗੱਲ ਹੈ ਪਹਿਲਾਂ ਆਪਣੇ ਘਰ ਦੇ ਵਿੱਚ ਕਹਿੰਦੇ ਝਾਤ ਮਾਰਨੀ ਚਾਹੀਦੀ ਹੈ ਸਭ ਕੁਝ ਠੀਕ ਹੈ ਫਿਰ ਤੁਸੀਂ ਗਵਾਂਢੀਆਂ ਦੀ ਵੀ ਮਦਦ ਕਰੋ ਤੇ ਫਿਰ ਉਹਨਾਂ ਤੋਂ ਅਗਲਾ ਘਰ ਜਿਹੜਾ ਹੋਏ ਉਹਨਾਂ ਦਾ ਵੀ ਮਦਦ ਕਰ ਸਕਦੇ ਹੋ ਜੇ ਯੂਕੇ ਦੀ ਗੱਲ ਕਰੀ ਤਾਂ ਇੱਥੇ ਵੀ ਆਪਾਂ ਆਮ ਦੇਖਦੇ ਹਾਂ ਵੀ ਧਾਰਨਾ ਬਣੀ ਹੋਈ ਹੈ ਕਿ ਸਿੱਖ ਕੌਮ ਬੜੀ ਅਮੀਰ ਕੌਮ ਹੈ ਤੇ ਜੇ ਇਹ ਹਾਲਾਤ ਸਾਡੇ ਜਿਹੜੇ ਨੇ ਦੂਜੀਆਂ ਉਹਨਾਂ ਕੌਮਾਂ ਨੂੰ ਜਿਹੜੇ ਸੋਚਦੇ ਨੇ ਸਾਡੇ ਬਾਰੇ ਉਹਨਾਂ ਨੂੰ ਪਤਾ ਲੱਗੇ ਤਾਂ ਫਿਰ ਕੀ ਮਹਿਸੂਸ ਹੋਊਗਾ ਸੋ ਜ਼ਰੂਰ ਸੰਗਤ ਜੀ ਇਹਦੇ ਵੱਲ ਆਪਾਂ ਖਿਆਲ ਕਰਨਾ ਡਿਟੇਲ ਆ ਰਹੀ ਹੈ ਜਿੱਥੇ ਬਹੁਤ ਖਰਚੇ ਕਰਦੇ ਮੈਂ ਪਹਿਲਾਂ ਵੀ ਕਿਹਾ ਆਪਾਂ ਕਿ ਬੜੇ ਖਰਚੇ ਨੇ ਸਾਡੇ ਡੇਲੀ ਬੇਸਿਸ ਤੇ ਆਪਾਂ ਖਰਚੇ ਕਰਦੇ ਹਾਂ ਇਹ ਕੋਈ ਵੱਡੀ ਗੱਲ ਨਹੀਂ ਹੈਗੀ ਥੋੜਾ ਬਹੁਤਾ ਦਸਵੰਧ ਆਪਣਾ ਜ਼ਰੂਰ ਪਾਓ ਤਾਂ ਕਿ ਇਹ ਬਣਾ ਕੇ ਆਪਾਂ ਤਿਆਰ ਕਰਕੇ ਦਸੀਏ ਇੱਕ ਦੁਨੀਆ ਭਰ ਦੇ ਵਿੱਚ ਇਹ ਸੁਨੇਹਾ ਜਾਵੇ ਤੇ ਉਸ ਤੋਂ ਬਾਅਦ ਹੋਰ ਵੀ ਕਮੇਟੀਆਂ ਹੋਰ ਵੀ ਦੇਸ਼ ਜਿੱਥੇ ਸਿੱਖਾਂ ਦੀ ਵਸੋਂ ਹੈ ਉਹ ਵੀ ਇਹੋ ਜਿਹੇ ਉਪਰਾਲੇ ਕਰਨ ਤਾਂ ਕਿ ਬੇਅਦਬੀਆਂ ਜਿਹੜੀਆਂ ਨੇ ਖਾਸ ਤੌਰ ਤੇ ਰੋਕੀਆਂ ਜਾ ਸਕਣ ਜੀ ਕੁਇਕਲੀ ਆ ਹਾਂਜੀ ਜੇ 227 ਗੁਰਦੁਆਰੇ ਹੈ ਨਾ ਜੀ ਹਜ਼ਾਰ ਪਾਉਣ ਤੇ ਕੰਮ ਆਪਣਾ ਕੰਮ ਬਣ ਜਾਊਗਾ ਬਿਲਕੁਲ ਮੈਂ ਅਪੀਲ ਇਹ ਕਰਦਾ ਕਿ ਹਰ ਸੰਗਤ ਦੇ ਮੈਂਬਰ ਨੂੰ ਵੀ ਜੇ 1000 ਪਾਉਂਡ ਨਾ ਇੱਕ ਸਾਲ ਤੁਸੀਂ ਹੌਲੀਡੇ ਨਾ ਜਾਇਓ ਗੁਰੂ ਦੀ ਖੁਸ਼ੀ ਲੈ ਲਓ ਜੀ
1000 ਪਾਉਂਡ ਡੋਨੇਟ ਕਰਾਂਗੇ ਕਿਉਂਕਿ 27 ਤਰੀਕ ਨੂੰ ਇਹਦਾ ਆਪਾਂ ਨੂੰ ਸਾਰੇ ਪੈਸੇ ਲਾਉਣੇ ਪੈਣੇ ਆ। ਇਹ 2 ਦਿਨ ਰਹਿ ਗਏ, ਆਪਾਂ 2 ਦਿਨ ਰਹਿ ਗਏ ਆਪਣੇ। ਬਿਲਕੁਲ ਬਿਲਕੁਲ ਜੀ। ਜਿੱਦਾਂ ਭਾਜੀ ਮੋਹਨ ਸਿੰਘ ਜੀ ਨੇ ਕਿਹਾ ਨਾ ਜੀ, ਇੱਥੇ ਗੱਲ ਖੁਸ਼ੀ ਦੀ ਆ। ਜਦੋਂ ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਿ ਮੈਂ ਇਸ ਰਫਲ ਦਾ ਨਿਸ਼ਾਨਾ ਪਰਖਣਾ, ਤਾਂ ਸਿੱਖ ਸਤਿਗੁਰ ਸਾਹਿਬ ਜੀ ਦੀ ਖੁਸ਼ੀ ਲੈਣ ਲਈ ਗੁਰੂ ਸਾਹਿਬ ਜੀ ਕਦੇ ਨਿਸ਼ਾਨਾ ਨੀਵਾਂ ਕਰਦੇ ਆ, ਕਦੇ ਉੱਚਾ ਕਰਦੇ, ਤੇ ਕਦੇ ਸਿੱਖ ਗੋਡਿਆਂ ਭਾਰ ਹੋ ਜਾਂਦੇ ਆ, ਕਦੇ ਸਿੱਖ ਇੱਕ ਦੂਜੇ ਅੱਡੀਆਂ ਚੱਕ ਕੇ ਵੀ ਖੜਦੇ ਆ ਕਿ ਮਹਾਰਾਜ ਦਾ ਨਿਸ਼ਾਨਾ ਨਾ ਮਿਸ ਹੋ ਜਾਵੇ। ਗੁਰੂ ਸਾਹਿਬ ਜੀ ਸਾਡੇ ਵੱਲ ਉਹ ਸੋਹਣੀਆਂ ਅੱਖਾਂ ਨਾਲ ਦੇਖ ਰਹੇ ਆ। ਬਿਲਕੁਲ ਬਿਲਕੁਲ। ਤੇ ਦੂਜੇ ਪਾਸੇ ਜਿਹੜੇ ਆਪਾਂ ਕਹਿੰਦੇ ਆ ਕਿ ਕੁਝ ਲੋਕ ਵਿਰੋਧ ਕਰਦੇ ਆ, ਉਹ ਵੀ ਆ। ਸਤਿਗੁਰੂ ਜਦੋਂ ਸਾਰਾ ਕੁਝ ਗੁਰੂ ਸਾਹਿਬ ਜੀ ਦਾ ਲੁੱਟਿਆ ਗਿਆ ਇਹ ਜੰਗਾਂ ਯੁੱਧਾਂ ਦੇ ਵਿੱਚ, ਜਦੋਂ ਸਾਡੀ ਮਹਾਰਾਜ ਜੀ ਨੇ ਇਹ ਖਾਲਸਾ ਪੰਥ ਦੀ ਸਾਜਨਾ ਕੀਤੀ, ਗੁਰੂ ਸਾਹਿਬ ਜੀ ਗਏ ਕਪੂਰੇ ਦੇ ਕੋਲ। ਸਿੱਖ ਭਾਈ ਦਇਆ ਸਿੰਘ ਜੀ ਕਹਿੰਦੇ ਕਪੂਰਿਆ ਤੇਰੇ ਕੋ ਚੌਧਰੀ ਕਪੂਰਾ ਸੀ ਉਸ ਵੇਲੇ ਦਾ, ਲਾ ਲਓ ਕਿ ਲੈਂਡ ਲੋਨ ਸੀ, ਤੇ ਗੁਰੂ ਉਹ ਕਹਿੰਦੇ ਕਿ ਗੁਰੂ ਸਾਹਿਬ ਜੀ ਨੇ ਤੇਰੀ ਗੜੀ 'ਚ ਰਹਿਣਾ ਇੱਥੇ ਜੀ। ਤੇ ਉਹ ਕਹਿੰਦਾ ਕਿ ਨਹੀਂ ਮੈਂ ਨਹੀਂ ਰੱਖ ਸਕਦਾ। ਜਿੱਦਾਂ ਅੱਜ ਕਹਿੰਦੇ ਆ ਨਾ ਜੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਹਰੋਂ ਮੋੜ ਦਿੱਤਾ, ਉਹ ਕਪੂਰਾ ਕਹਿੰਦਾ ਮੈਂ ਨਹੀਂ ਗੁਰੂ ਸਾਹਿਬ ਜੀ ਨੂੰ ਰੱਖ ਸਕਦਾ, ਥਾਂ ਹੈ ਨਹੀਂ ਜੀ। ਤੇ ਗੁਰੂ ਸਾਹਿਬ ਜੀ ਉਹਦੇ ਭਰਾ ਦੀ ਨਾਲ ਹੀ ਗੜੀ ਜਿਹੜੀ ਅੱਜ ਚਮਕੌਰ ਦੀ ਗੜੀ ਬਣੀ, ਮਹਾਰਾਜ ਉੱਥੇ ਫੇਰ ਲੜੇ ਤੇ ਉਹ ਗੜੀ ਅੱਜ ਤੱਕ ਪੂਜੀ ਜਾਂਦੀ ਆ। ਪਰ ਕਪੂਰਾ ਜਿਹੜੀ ਮੌਤ ਤੋਂ ਡਰਦਾ ਸੀ, ਅੱਜ ਜਿਹੜੇ ਵਪਾਰੀ ਲੋਕ ਗੁਰੂ ਸਾਹਿਬ ਜੀ ਨੂੰ ਰੱਖਣ ਤੋਂ ਡਰਦੇ ਆ। ਸਤਿਗੁਰ ਸਾਹਿਬ ਕਹਿੰਦੇ ਕਪੂਰਿਆ ਕਤੂਰੇ ਦੀ ਮੌਤ ਮਰੂੰਗਾ ਤੂੰ। ਤੇ ਉਹ ਮੁਗਲਾਂ ਨੇ ਉਹਨੂੰ ਧਰਤੀ 'ਚ ਗੱਡ ਕੇ ਕੁੱਤਿਆਂ ਤੋਂ ਤੜਾਇਆ ਸੀ ਜੀ। ਸੋ ਆਪਾਂ ਦੇਖਣਾ ਕਿ ਆਪਾਂ ਜਿਹੜੇ ਲੋਕ ਕਪੂਰੇ ਬਣਦੇ ਆ ਉਹਨਾਂ ਵੱਲ ਦੀ ਜਾਣਾ, ਕਿ ਜਿਹੜੇ ਭਾਈ ਵੀਰ ਸਿੰਘ ਜੀ, ਭਾਈ ਧੀਰ ਸਿੰਘ ਜੀ, ਜਿਵੇਂ ਮਹਾਰਾਜ ਦਾ ਨਿਸ਼ਾਨਾ ਪਰਖਣ ਲਈ ਇੱਥੇ ਤਾਂ ਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਤਾਂ ਨਿਸ਼ਾਨਾ ਪਰਖਣ ਲਈ ਕਿਹਾ, ਗੁਰੂ ਸਾਹਿਬ ਜੀ ਦੇ ਘਰ ਬਣਨੇ ਆ। ਸਿੱਖ ਕੀ ਕਰਦਾ, ਆਪਣਾ ਆਪ ਲਟਾਉਂਦਾ। ਮਹਾਰਾਜ ਜੀ ਇਹ ਪਰਖਿਆ। ਅਸੀਂ ਤੁਹਾਨੂੰ ਪਹਿਲਾਂ ਵੀ ਮੈਂ ਕਿਹਾ ਭਾਈ ਦਲਜੀਤ ਸਿੰਘ ਜੀ, ਹਰ ਹਾਲਤ ਵਿੱਚ 27 ਤਰੀਕ ਤੱਕ ਸਾਨੂੰ ਲੱਗਦਾ ਗੁਰੂ ਸਾਹਿਬ ਜੀ ਤੇ ਭਰੋਸਾ, 27 ਨੂੰ ਨਾ ਹੋ 2 ਦਿਨ ਗਾਂਹ ਪਿਛਾਂ ਹੋ ਜਾਣਗੇ, ਇਹ ਸਥਾਨ ਜ਼ਰੂਰ ਬਣਨਾ। ਇਹ ਦੁਨੀਆ ਉੱਤੇ ਇਤਿਹਾਸ ਬਣ ਰਿਹਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਦਾ ਘਰ ਬਣਦਾ। ਬਿਲਕੁਲ। ਤੇ ਇੱਥੇ ਸਿੱਖ ਕੀ ਕਰਦੇ ਆ, ਕਿਹੜਾ ਸਿੱਖ ਗੁਰੂ ਸਾਹਿਬ ਜੀ ਦਾ ਪਿਆਰ ਲੈਂਦਾ, ਇਹ ਹੁਣ ਉਹ ਸਮਾਂ ਸਾਡੇ ਕੋਲ ਆ। ਜਿਵੇਂ ਭਾਜੀ ਨੇ ਕਿਹਾ ਕਿ ਇਤਿਹਾਸ ਵਿੱਚ ਆਪਣਾ ਨਾਂ ਕਿੱਧਰ ਦਰਜ ਕਰਾਉਣਾ, ਉਹ ਤੁਹਾਡੇ ਤੇ ਆ। ਸੋ ਬੇਨਤੀ ਆ ਸਿੱਖਾਂ ਲਈ ਆ ਮਾਇਆ ਕੁਛ ਵੀ ਨਹੀਂ, ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਆ। ਬਿਲਕੁਲ। ਆਪਾਂ ਬਹੁਤ ਵੱਡੇ ਵੱਡੇ ਗੁਰਦੁਆਰਾ ਸਾਹਿਬ ਸੰਗਤ ਨਹੀਂ ਬਣਾਏ ਆ, ਜੇ ਕਹੋ ਪ੍ਰਬੰਧਕਾਂ ਨੇ ਬਣਾਏ, ਕਦੇ ਵੀ ਨਹੀਂ ਇਦਾਂ ਹੋਇਆ। ਸੰਗਤ ਨੇ ਬਣਾਏ, 30-30 ਮਿਲੀਅਨ ਦੇ ਗੁਰਦੁਆਰੇ ਖੜੇ ਕਰ ਦਿੱਤੇ। ਪਰ ਦੁਖੀ ਉਦੋਂ ਹੁੰਦੇ ਆ ਜਦੋਂ ਉਹ ਗੁਰਦੁਆਰਾ ਸਾਹਿਬ ਕਹਿਣ ਕਿ ਸਾਡੇ ਕੋਲ ਥਾਂ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਲਈ। ਅਸੀਂ ਇਹ ਵੀ ਬੇਨਤੀ ਇਸ ਪ੍ਰੋਗਰਾਮ 'ਚ ਅੱਜ ਕਰਨਾ ਚਾਹੁੰਦੇ, ਕਿਸੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਨੂੰ ਦੁੱਖ ਲੱਗੇ ਕਿ ਸਾਡਾ ਕਿਉਂ ਕਿਹਾ ਜਾਂ ਅਸੀਂ ਇਦਾਂ ਨਹੀਂ ਕੀਤਾ, ਉਹ ਮੀਡੀਆ ਜਾ ਕੇ ਦੱਸ ਦੇਣ, ਅਸੀਂ ਜਵਾਬ ਦੇ ਦੇਵਾਂਗੇ ਉਸ ਚੀਜ਼ ਦਾ। ਜ਼ਰੂਰੀ ਇਹ ਸੀਗਾ। ਸੋ ਆਪਾਂ ਕੋਲ 4.5-5 ਲੱਖ ਪਾਉਂਡ ਘਟਦਾ ਆ। ਆਪ ਜੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ, ਸਕਰੋਲ ਤੇ ਜੋ ਚੱਲਦੀ ਡਿਟੇਲ ਉਹਦੇ ਵਿੱਚ ਵੱਧ ਤੋਂ ਵੱਧ ਮਾਇਆ ਦਾ ਯੋਗਦਾਨ ਪਾਓ ਜੀ। ਬਿਲਕੁਲ ਬਿਲਕੁਲ। ਭਾਈ ਦਲਜੀਤ ਸਿੰਘ ਸਾਹਿਬ ਮੈਂ ਮਿਸ ਕਰ ਗਿਆ, ਜਿਹੜੀ ਇਸ ਸਥਾਨ ਤੇ ਜਿੰਨੀ ਵੀ ਹੁਣ ਤੱਕ ਸਤਿਕਾਰ ਕਮੇਟੀ ਵੱਲੋਂ ਸੇਵਾਦਾਰਾਂ ਵੱਲੋਂ ਸੇਵਾ ਚੱਲਦੀ ਆ ਜੀ, ਇੱਕ ਵੀ ਚੀਜ਼ ਗੁਰੂ ਸਾਹਿਬ ਜੀ ਲਈ ਉਹ ਨਹੀਂ ਵਰਤੀ ਜਾਂਦੀ ਜਿਹਦੇ ਵਿੱਚ ਕੋਈ ਕੈਮੀਕਲ ਪਿਆ ਹੋਵੇ, ਕੋਈ ਐਸਿਡ ਵਗੈਰਾ। ਅੱਛਾ ਜੀ। ਬਿਲਕੁਲ ਪਿਓਰ ਜਿਹੜਾ ਗਲੂ ਆ ਉਹ ਜਰਮਨ ਤੋਂ ਆਉਂਦਾ ਜੀ। ਤੇ ਹੋਰ ਟੇਪਸ ਵਗੈਰਾ ਜਿੰਨੇ ਵੀ ਗੁਰੂ ਸਾਹਿਬ ਜੀ ਲਈ ਸਮੱਗਰੀ ਵਰਤਦੇ ਆ ਉਹ ਅਮਰੀਕਾ ਜਾਂ ਜਰਮਨ ਤੋਂ ਆਉਂਦਾ। ਤੇ ਜਿਹੜਾ ਗੁਰੂ ਸਾਹਿਬ ਜੀ ਦੇ ਬਾਣੇ, ਉਹ ਆਪਣੀ ਭਾਵਨਾ ਆ ਕਿ ਜਿਵੇਂ ਪਹਿਲੇ 10 ਪਾਤਸ਼ਾਹ ਮਹਾਰਾਜ ਜੀ ਸੋਹਣੇ ਸੋਹਣੇ ਬਾਣੇ ਪਹਿਨਦੇ ਸੀਗੇ, ਉਦਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੇ ਮਹਾਰਾਜ ਜੀ ਤੇ ਨਵੀਂ ਜਲਦਬੰਦੀ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਸੋਹਣੇ ਸੋਹਣੇ ਬਾਣੇ ਪਹਿਨਾਏ ਜਾਂਦੇ ਆ। ਤੇ ਗੁਰੂ ਸਾਹਿਬ ਜੀ ਤੇ ਭਰੋਸਾ ਰੱਖ ਕੇ ਆਪਾਂ ਇਹ ਦਾਅਵਾ ਕਰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਇਹ ਤਿਆਰ ਹੋਏ ਆ, ਅਗਲੇ 100 ਸਾਲ ਨਾ ਤਾਂ ਅੰਗ ਇਹਨਾਂ ਵਿੱਚੋਂ ਨਿਕਲ ਸਕਦੇ ਆ, ਨਾ ਜਲਦ ਵਗੈਰਾ ਖਰਾਬ ਹੋਊਗੀ। ਇਹ ਮਹਾਰਾਜ ਸਾਹਿਬ ਜੀ ਤੇ ਭਰੋਸਾ ਰੱਖ ਕੇ ਕਹਿੰਦੇ, ਕਿਉਂਕਿ ਉਹ ਸਾਰਾ ਕੁਝ ਉਹ ਵਰਤਿਆ ਗਿਆ। ਪਹਿਲੇ ਸਿੱਖ ਵੀ ਸੇਵਾ ਕਰਦੇ ਸੀ, ਉਹਨਾਂ ਮੋਰੇ ਸਿਰ ਝੁਕਦਾ, ਪਰ ਉਹ ਕਈ ਵਾਰੀ ਉਹ ਜਾਣਕਾਰੀ ਨਹੀਂ ਹੁੰਦੀ ਸੀ। ਸੋ ਹੁਣ ਆਪਾਂ ਜਿਹੜਾ ਪੇਪਰ ਜਿਹੜਾ ਵਰਤਦੇ ਆ, ਕਾਗਜ਼, ਉਹਦੀ ਉਮਰ 300 ਸਾਲ ਆ ਤੇ ਉਹ ਨਾ ਗਿੱਲਾ ਹੁੰਦਾ, ਨਾ ਉਹਨੂੰ ਅੱਗ ਲੱਗਦੀ ਆ, ਤੇ ਟੇਅਰ ਪ੍ਰੂਫ ਆ, ਉਹ ਪਾਟਦਾ ਨਹੀਂ, ਉਹਨੂੰ ਕੈਂਚੀ ਨਾਲ ਹੀ ਕੱਟ ਸਕਦੇ ਆ, ਉਦਾਂ ਉਹ ਪਾਟ ਨਹੀਂ ਸਕਦਾ। ਸੋ ਆਪਾਂ ਯਤਨ ਕਰਦੇ ਆ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਗੁਰਾਂ ਕੀ ਦੇਹ ਆ ਤੇ ਆਪਾਂ ਪ੍ਰਗਟ ਗੁਰਾਂ ਕੀ ਦੇਹ ਕਰਕੇ ਮੰਨੀਏ ਜੀ। ਬਿਲਕੁਲ ਬਿਲਕੁਲ। ਅੱਜ ਇਹ ਵੀ ਜ਼ਰੂਰਤ ਹੈ, ਜਿਵੇਂ ਦੁਸ਼ਮਣ ਵੀ ਛੇੜਖਾਨੀ ਜਿਹੜਾ ਹੈ ਉਹ ਸਾਡੇ ਗ੍ਰੰਥਾਂ ਦੇ ਨਾਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਕਰ ਰਿਹਾ। ਸੋ ਸਾਨੂੰ ਪੁਰਾਤਨ ਸਰੂਪ ਜਿਹੜੇ ਨੇ ਉਹ ਸੰਭਾਲ ਕੇ ਰੱਖਣ ਦੀ ਵੀ ਬੜੀ ਜ਼ਰੂਰਤ ਹੈ ਕਿ ਮਿਲਾਵਟਖੋਰੀ ਜਿਹੜੀ ਕੀਤੀ ਜਾ ਰਹੀ ਹੈ, ਮਿਲਾਵਟਖੋਰੀ ਇਹ ਨਹੀਂ ਹੁੰਦਾ ਕਿ ਸਿਰਫ ਖਾਣ ਪੀਣ ਵਾਲੀਆਂ ਚੀਜ਼ਾਂ ਦੇ ਵਿੱਚ ਹੁੰਦੀ ਹੈ,
ਉਹ ਸਾਡੀ ਬਾਣੀ ਦੇ ਵਿੱਚ ਵੀ ਕੀਤੀ ਜਾ ਰਹੀ ਹੈ। ਸੋ ਜੇਕਰ ਯੂਕੇ ਦੇ ਵਿੱਚ ਜਿੱਥੇ ਨਿਰੋਲ ਸਿੱਖ ਵਸਦੇ ਨੇ, ਇੱਥੇ ਕੋਈ ਦੁਸ਼ਮਣ ਦਾ ਕਬਜ਼ਾ ਨਹੀਂ ਹੈ ਜਾਂ ਉਹਨਾਂ ਦਾ ਕੋਈ ਅਸਰ ਨਹੀਂ ਇੱਥੇ ਬਹੁਤਾ ਜਿਨ੍ਹਾਂ ਦੇ ਉੱਤੇ ਅਸੀਂ ਇਲਜ਼ਾਮ ਲਾਉਂਦੇ ਹੁੰਦੇ ਹਾਂ, ਜਾਂ ਬਿਲਕੁਲ ਹੋ ਵੀ ਰਿਹਾ, ਸੋ ਇੱਥੇ ਅਸੀਂ ਉਹ ਸਾਰਾ ਕੁਝ ਕਰਨ ਦੇ ਜਿਹੜਾ ਹੈਗਾ ਕਾਬਲ ਹੈਗੇ ਆ, ਕਿਉਂਕਿ ਸਾਡਾ ਇੱਥੇ ਆਪਾਂ ਕਹਿ ਸਕਦੇ ਹਾਂ ਵੀ ਪ੍ਰਭਾਵ ਹੈ ਯੂਕੇ ਦੇ ਵਿੱਚ ਜਾਂ ਯੂਰਪ ਦੇ ਵਿੱਚ। ਸੋ ਸਾਨੂੰ ਜ਼ਰੂਰਤ ਹੈ ਇਹੋ ਜਿਹੀਆਂ ਥਾਵਾਂ ਸਾਡੇ ਵਾਸਤੇ ਬਣਨ। ਸੋ ਇੱਕ ਸਵਾਲ ਹੈ ਜੀ, ਜਿਵੇਂ ਬਿਲਡਿੰਗ ਦੀ ਤੁਸੀਂ ਗੱਲ ਕਰ ਰਹੇ ਹੋ, ਸੋ ਸੰਗਤ ਜਾ ਕੇ ਦੇਖ ਸਕਦੀ ਹੈ ਉਹ ਬਿਲਡਿੰਗ ਹੁਣ ਤੋਂ ਹੀ, ਜਾਂ ਫਿਰ ਕੁਝ ਦਿਨ ਰੁਕਣਾ ਪਊਗਾ ਜੇਕਰ ਕਿਸੇ ਨੇ ਦੇਖਣਾ ਹੋਵੇ ਤਾਂ? ਜਿੱਦਾਂ ਜਿਹੜੇ ਬਾਹਰੋਂ ਤਾਂ ਦੇਖਣ ਨੂੰ ਅਸੀਂ ਹਰ ਵੇਲੇ ਅਸੀਂ ਖੜੇ ਹਾਂ, ਜਦੋਂ ਮਰਜੀ ਕਹਿ ਦੇਵੇ ਸਾਨੂੰ ਕਿ ਆਪਾਂ ਆਉਣਾ ਚਾਹੁੰਦੇ ਹਾਂ। ਜਿਹੜੇ ਉਹਦੀ ਐਕਸੈਸ ਹੈ ਨਾ, ਸਾਡੇ ਕੋਲ ਲਿਮਿਟਿਡ ਐਕਸੈਸ ਹੈ। ਇਨ ਫੇਅਰਨੈਸ ਉਹਨਾਂ ਨੇ ਕਿਸੇ ਜਿੱਦਾਂ ਭਾਈਬੰਦ ਨੂੰ ਉਹਨਾਂ ਨੇ ਚਾਬੀਆਂ ਦਿੱਤੀਆਂ, ਉਹ ਡਿਸਕ੍ਰਿਸ਼ਨ ਦੇ ਵਿੱਚ ਕੌਨਫੀਡੈਂਸ਼ੀਅਲ ਸਾਨੂੰ ਐਕਸੈਸ ਦਿੰਦੇ ਆ। ਸੋ ਜਿੱਦਣ ਤੋਂ ਇਹ ਜਗ੍ਹਾ ਦੀ ਚਾਬੀਆਂ ਆਪਾਂ ਕੋਲ ਮਿਲ ਗਈਆਂ, ਲਾ ਲਓ ਕਿ ਸੰਗਤ ਦਾ ਹੀ ਆ, ਅਸੀਂ ਖੁੱਲਾ ਸੱਦਾ ਦਿੰਦੇ ਆ ਕਿ ਸਾਰੇ ਵੱਧ ਚੜ ਕੇ ਆਓ। ਸਾਰੀ ਸੰਗਤ ਦੇ ਸਹਿਯੋਗ ਦੀ ਲੋੜ ਵੀ ਪੈਣੀ ਆ, ਕਰਕੇ ਉਸ ਵੇਲੇ ਉਹਨਾਂ ਦੀ ਤਿਆਰੀ ਸਾਰੇ ਆਪਣੇ ਹੱਥੀਂ ਕਰਨ, ਤਾਂ ਮਹਾਰਾਜ ਸਾਹਿਬਾਂ ਦੇ ਸਰੂਪ ਵੀ ਉਹਨਾਂ ਦੇ ਹੱਥੀਂ ਆਉਣ। ਸੋ ਇਹ ਸੰਗਤ ਦੀ ਜਗ੍ਹਾ ਆ। ਪਰ ਇਹਦੇ ਨਾਲ ਥੋੜ੍ਹੀਆਂ ਦੋ ਚੀਜ਼ਾਂ ਹੋਰ ਐਡ ਕਰਨੀਆਂ ਜ਼ਰੂਰ। ਇੱਕ ਜਿਹੜੀ ਏਦਾਂ ਨਾ ਹੋਵੇ, ਤਾਂ ਸਾਡਾ ਮਨ ਦੇ ਵਿੱਚ ਇੱਕ ਵਿਸ਼ਵਾਸ ਵਧੀਆ ਕਿ ਏਦਾਂ ਹੋਊਗਾ ਨਹੀਂ ਕਿ ਇਹ ਸਕਸੈਸਫੁਲ ਇਸ਼ੂ ਨਾ ਬਣੇ, ਟੌਪਿਕ ਨਾ ਬਣੇ। ਜੇ ਇੱਧਰ ਨੂੰ ਆਪਾਂ ਜਾਣੇ, ਇਹ ਨਹੀਂ ਕਹਿੰਦੇ ਕਿ ਇਸ ਸਥਾਨ ਕਰਕੇ ਬਹੁਤ ਬਚਾਅ ਹੋ ਜਾਊਗਾ, ਪਰ ਸੰਗਤ ਨੂੰ ਬਹੁਤ ਜ਼ਰੂਰੀ ਇਹ ਸੋਚਣਾ ਆ ਕਿ ਜਿਹੜੇ ਹੁਣ ਇਸ ਵੇਲੇ ਆਪਾਂ ਉਧਰ ਨੂੰ ਤੁਰੇ ਹੋਏ ਆ ਕਿ ਬਹੁਤ ਈਜ਼ੀ ਆਪਸ਼ਨ ਹੈ ਇੱਕ, ਉਹ ਹੈਗਾ ਕਿ ਮਹਾਰਾਜ ਸਾਹਿਬ ਦਾ ਅਗਨ ਭੇਟ ਕਰਨਾ। ਆਪਾਂ ਨੂੰ ਲੱਗਦਾ ਕਿ ਸਮਾਂ ਦੂਰ ਨਹੀਂ ਕਿ ਜਦੋਂ ਇੱਥੇ ਵੀ ਉਹ ਇਜਾਜ਼ਤ ਲੈ ਲੈਣੀ ਆ ਸੰਗਤਾਂ ਨੇ ਜਾਂ ਪ੍ਰਬੰਧਕਾਂ ਨੇ, ਤਾਂ ਉਹ ਕੰਮ ਜਿਹੜੇ ਚੀਜ਼ ਤੇ ਆਪਾਂ ਫੰਡਾਮੈਂਟਲੀ ਤੁਰੇ ਹੋਏ ਆ, ਉਹ ਆਪਾਂ ਫਿਰ ਲਾ ਲਓ ਕਿ ਆਪਾਂ ਆਲਰੇਡੀ ਮਰ ਗਏ, ਆਪਣੇ ਜ਼ਮੀਰ ਮਰ ਗਏ ਆ, ਆਪਾਂ ਉਸ ਚੀਜ਼ ਤੋਂ ਬਹੁਤ ਜ਼ਿਆਦਾ ਸੰਕੋਚ ਕਰਨ ਦੀ ਲੋੜ ਆ। ਦੂਜੀ ਗੱਲ ਇਹਦੇ ਨਾਲ ਇੱਕ ਹੋਰ ਜੋੜਦੇ ਆ ਕਿ ਜਿਹੜੀ ਆਪਾਂ ਇਹ ਇਨਵੈਸਟਮੈਂਟ ਆ ਹਨਾ, ਇੱਥੇ ਆਪਾਂ ਕਹਿੰਦੇ ਆ ਕਿ ਆਪਣੇ ਸਿੱਖਾਂ ਦੇ ਵਿੱਚ ਨਾ ਕੋਈ ਥੋੜ ਛੱਡੀ ਨਹੀਂ ਮਹਾਰਾਜ ਨੇ ਕਦੀ ਕੋਈ, ਪਰ ਇਹ ਜਿਹੜੀ ਇਨਵੈਸਟਮੈਂਟ ਇਹ ਤੁਸੀਂ ਆਪ ਸੋਚ ਲਓ, ਇਹ ਕਾਹਦੀ ਇਨਵੈਸਟਮੈਂਟ ਤੁਸੀਂ ਕਰ ਰਹੇ, ਇਹ ਲੋਕ ਪ੍ਰਲੋਕ ਸਹੇਲੇ ਕਰਨ ਦੀ ਗੱਲ ਕਰ ਰਹੇ ਆ। ਇਸ ਇੱਥੇ ਦੀ ਸੇਵਾ ਇੱਥੇ ਹੀ ਰਹਿ ਜਾਣੀ ਕਰਕੇ ਆ ਜਿਹੜੇ ਆਪਣੇ ਦੁਨਿਆਵੀ ਚੀਜ਼ਾਂ ਆ ਇਹਦੇ ਨਾਲ ਅੰਸ਼-ਆਰਾਮ ਮਿਲ ਸਕਦਾ ਆ, ਪਰ ਜਿਹੜਾ ਗਾਹਾਂ ਲੰਘਣਾ ਰਾਹ ਆ ਉਹ ਆਪਾਂ ਨੂੰ ਸੋਚਣਾ ਪੈਣਾ ਕਿ ਕਿਵੇਂ ਲੰਘਣਾ ਆ। ਬਿਲਕੁਲ ਕਿੱਥੇ ਪੰਜਾਬ ਜਾਂ ਫਿਰ ਹੋਰਨਾਂ ਕੰਟਰੀਆਂ ਦੇ ਵਿੱਚੋਂ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਵਸੇ ਆ, ਇੱਥੇ ਨਾਗਰਿਕਤਾ ਮਿਲੀ ਹੈ। ਅੱਜ ਦਿਨ ਜੇਕਰ ਸੌਖੇ ਹੋਏ ਨੇ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰਕੇ ਹੀ ਹੈ ਆਪਾਂ ਇੱਥੇ ਤੱਕ ਪਹੁੰਚੇ ਆ। ਸੋ ਜੇਕਰ ਅਸੀਂ ਉਹਨਾਂ ਵਾਸਤੇ ਨਹੀਂ ਕਰ ਸਕਦੇ ਤਾਂ ਫਿਰ ਫਾਇਦਾ ਕਾਹਦਾ ਹੋਇਆ। ਸੋ ਇਸ ਕਰਕੇ ਜ਼ਰੂਰ ਸਾਰੀ ਡਿਟੇਲ ਆ ਰਹੀ ਹੈ ਜੀ, ਮੈਂ ਬਾਰ-ਬਾਰ ਬੇਨਤੀ ਕਰ ਰਿਹਾ, ਇਹ ਨੋਟ ਕਰ ਲਓ। ਅੱਜ ਕੱਲ ਮਤਲਬ ਆਪਣੇ ਕੋਲ 2 ਦਿਨ ਹੈਗੇ ਨੇ, ਇਹ ਨਹੀਂ ਕਿ ਉਸ ਤੋਂ ਬਾਅਦ ਤੁਸੀਂ ਸੇਵਾ ਨਹੀਂ ਕਰ ਸਕਦੇ, ਪਰ ਆ 2 ਦਿਨ ਜਿਹੜੇ ਜ਼ਿਆਦਾ ਇੰਪੋਰਟੈਂਟ ਹੈਗੇ ਆ, ਇਹਦੇ ਵਿੱਚ ਤੁਸੀਂ ਸੇਵਾ ਭੇਜੋ ਤਾਂ ਕਿ ਪ੍ਰਬੰਧਕ ਜਿਹੜੇ ਨੇ ਉਹ ਡੀਲ ਜਿਹੜੀ ਹੈ ਉਹ ਡਨ ਕਰ ਸਕਣ। ਉਸ ਤੋਂ ਬਾਅਦ ਅਗਲੀਆਂ ਕਾਰਵਾਈਆਂ ਜਿਵੇਂ ਹੋਣਗੀਆਂ ਉਹ ਸਾਰੀਆਂ ਤੁਹਾਨੂੰ ਪ੍ਰਬੰਧਕ ਜਿਹੜੇ ਦੱਸ ਜਾਣਗੇ। ਜੀ ਭਾਈ ਸਾਹਿਬ ਐਡ ਕਰੋਗੇ ਕੁਝ ਜੀ ਤੁਸੀਂ? No, I'm just again it's an appeal and we need the money so that we can buy the building. And building buy ਕੀਤੀ ਜਾਊਗੀ, ਫਿਰ ਸਾਰੀਆਂ ਜਿਹੜੀਆਂ ਸੇਵਾਵਾਂ ਮਹਾਰਾਜ would be cared for, look after everything. ਬਿਲਕੁਲ ਠੀਕ ਹੈ। ਸੋ ਇਹ ਬੇਨਤੀ ਆ ਸਾਧ ਸੰਗਤ ਜੀ, ਜਸਟ ਦੇਖੋ ਜਿੰਨੀ ਵੀ ਕੋਈ ਐਕਸੈਸ ਮਨੀ ਘਰ ਪਈ ਆ, 1-2 ਪ੍ਰੋਗਰਾਮ ਆਪਣੇ ਕੈਂਸਲ ਕਰ ਦੋ, ਜਾਂ ਜੇ ਕਿਤੇ ਕੋਈ ਚੀਜ਼ ਲੈਣੀ ਆ ਉਹਨੂੰ 2 ਮਹੀਨੇ ਵੇਟ ਕਰ ਲਓ, ਪਰ ਆਹ ਜਿਹੜੀ ਮਾਇਆ ਜਿਹੜੀ ਹੈਗੀ ਇਹ ਆਪਾਂ ਨੂੰ ਬਹੁਤ ਜ਼ਰੂਰਤ ਹੈ ਇਸ ਵੇਲੇ ਸਾਧ ਸੰਗਤ ਜੀ। ਤੇ ਮੈਂ ਤੇ ਅੱਜ ਹੀ ਬੈਠਾ ਜਿੱਦਾਂ ਸਤਿਕਾਰ ਕਮੇਟੀ ਦੇ ਨਾਲ, ਤਾਂ ਅੱਜ ਪਹਿਲੀ ਵਾਰੀ ਐਜ਼ ਦਾ ਪ੍ਰੋਗਰਾਮ ਇਜ਼ ਗੋਇੰਗ ਮੈਂ ਸੁਣ ਰਿਹਾ ਗੱਲਾਂ, ਤੇ ਜਿੰਨੀਆਂ ਵੀ ਇਹਨਾਂ ਨੇ ਗੱਲਾਂ ਕੀਤੀਆਂ ਹਨਾ, ਇਹ ਸਾਰੇ ਇੱਕ ਤੀਰ ਲੱਗਦਾ ਆਪਣੇ ਸੀਨੇ ਦੇ ਵਿੱਚ, ਤੇ ਰੋਣ ਵੀ ਆਉਂਦਾ ਆ। ਜੀ ਸੋ ਮੈਂ ਤਾਂ ਹੱਥ ਜੋੜ ਕੇ ਅਪੀਲ ਕਰੂ ਸਾਧ ਸੰਗਤ ਜੀ, ਇਹ ਆਪਣਾ ਫਰਜ਼ ਬਣਦਾ, ਆਪਾਂ ਗੁਰੂ ਦੇ ਸਿੱਖ ਆ, ਜੇ ਆਪਾਂ ਗੁਰੂ ਦੇ ਸਿੱਖ ਕਹਾਉਂਦੇ ਆ ਤੇ ਆਪਣਾ ਫਰਜ਼ ਆ, ਆਪਣਾ ਪਿਤਾ ਆ, ਆਪਾਂ ਹੀ ਕਰਨਾ। ਠੀਕ ਹੈ ਜੀ। ਸੋ ਹੁਣ ਸ਼ਾਰਟ ਮੈਸੇਜ ਮੈਂ ਲਵਾਂਗਾ, ਉਸ ਤੋਂ ਬਾਅਦ ਆਪਾਂ ਸਮਾਪਤੀ ਕਰ ਦੇਣੀ ਜੀ ਭਾਜੀ। I just wanted to add a last thing. When we go to the Gurdwara Sahib and we're not feeling well, we ask for Maharaj to make us better. When we need to pass a driving test and acquire a car, we ask for Maharaj sanu gaddi mil jave. Jado sanu ghar chahiਦਾ, sanu mortgage ਚਾਹੀਦੀ, we ask for Maharaj, please Maharaj, make sure I get this mortgage because I need a house. I need to put my family in it. But Sangat ji, it's Maharaj who needs a house now. It's not you. You got your car, you got your house, you got your job. It's Maharaj ji, Guru Granth Sahib ji, Maharaj your Guru, who needs their house now. So what are we going to do about it? Please put your hands in your pockets and please click on the GoFundMe and do whatever you can. It's for Guru Sahib. Thank you.
ਠੀਕ ਹੈ ਜੀ ਮੈਂ ਸ਼ਾਰਟ ਮੈਸੇਜ ਤੁਹਾਡੇ ਕੋਲੋਂ ਤੇ ਭੈਣ ਜੀ ਹੋਰਾਂ ਕੋਲੋਂ ਲਵਾਂਗਾ ਜੀ। ਹਾਂਜੀ, ਮੈਂ ਬਸ ਸਮਰਾਈਜ਼ ਹੀ ਕਰਨਾ ਚਾਹੁੰਦਾ ਕਿ ਇਹ ਕੋਈ ਗੁਰਦੁਆਰਾ ਸਾਹਿਬ ਨਹੀਂ, ਜਿਵੇਂ ਪਹਿਲਾਂ ਦੱਸਿਆ ਗਿਆ। ਹਾਂਜੀ, ਇਹ ਇੱਕ ਇਦਾਂ ਦਾ ਸੈਂਟਰ ਹੀ ਲਾ ਲਓ ਨਾ, ਜੇ ਇੰਗਲਿਸ਼ ਵਿੱਚ ਕਹਿਣਾ, ਕਿ ਉਹ ਇਦਾਂ ਦਾ ਹੋਣਾ ਜਿੱਥੇ ਨਵੀਂ ਜਨਰੇਸ਼ਨ ਨੂੰ ਗੁਰੂ ਸਾਹਿਬ ਜੀ ਦੀ ਤਾਬਿਆ ਬੈਠਣਾ ਕਿਵੇਂ ਆ, ਸਤਿਗੁਰ ਸਾਹਿਬ ਜੀ ਦੇ ਪ੍ਰਕਾਸ਼ ਕਰੀਦੇ ਕਿਵੇਂ ਆ। ਅੱਜ ਭਾਈ ਸਾਹਿਬ ਜੀ, ਮੈਂ ਸ਼ਾਰਟਕਟ ਦੱਸ ਦਿੰਦਾ ਕਿ 95% ਗ੍ਰੰਥੀ ਸਿੰਘ, ਪਾਠੀ ਸਿੰਘਾਂ ਨੂੰ ਇਹ ਨਹੀਂ ਪਤਾ ਕਿ ਸਤਿਗੁਰ ਸਾਹਿਬ ਜੀ ਦਾ ਪ੍ਰਕਾਸ਼ ਕਿਵੇਂ ਕਰੀਦਾ। ਇਹ ਉਹ ਜੇ ਜੌਬ ਵੀ ਕਰਦੇ ਆ ਤਾਂ ਜੌਬ ਵੀ ਪ੍ਰੋਪਰ ਨਹੀਂ ਕਰਦੇ। ਆਪਾਂ ਕਹਿੰਦੇ ਆ ਕਿ ਇੱਥੇ ਜੇ ਕੋਈ ਛੋਟੀ ਤੋਂ ਛੋਟੀ ਜੌਬ ਵੀ ਕਰਨੀ ਹੋਵੇ, ਉਹ ਅਗਲੇ ਪੁੱਛਦੇ ਕਿ ਤੇ ਕੋਈ ਟ੍ਰੇਨਿੰਗ ਹੈ। ਪਰ ਸਾਨੂੰ ਪ੍ਰਬੰਧਕਾਂ ਨੂੰ ਪਤਾ ਨਹੀਂ ਉੱਥੇ ਕਦੋਂ ਇਹ ਇਦਾਂ ਦੀ ਘਾਟ ਹੁੰਦੀ ਹੈ ਕਿ ਸਾਨੂੰ ਸਸਤੇ ਤੋਂ ਸਸਤਾ ਗ੍ਰੰਥੀ ਸਿੰਘ ਚਾਹੀਦਾ, ਜਿਹੜਾ ਜਿਹਨੂੰ ਭਾਵੇਂ ਬਾਣੀ ਪੜ੍ਹਨੀ ਆਉਂਦੀ ਹੋਵੇ ਜਾਂ ਮਹਾਰਾਜ ਦੀ ਤਾਬਿਆ ਬੈਠਣਾ ਹੋਵੇ, ਉਹਨੂੰ ਆਉਂਦਾ ਹੋਵੇ ਜਾਂ ਨਾ। ਅੱਜ ਗੁਰੂ ਸਾਹਿਬ ਜੀ ਦੇ ਜਿੰਨੇ ਅੰਗਾਂ ਦੀ ਲਾ ਲਓ ਕਿ ਉਹਨਾਂ ਦੀ ਮਾੜੀ ਹਾਲਤ ਆ, ਉਹ ਸਾਡੀ ਅਣਗਹਿਲੀ ਕਾਰਨ ਆ। ਗੁਰੂ ਸਾਹਿਬ ਜੀ ਦੇ ਅੰਗ ਕਿਵੇਂ ਪਰਤਣੇ ਆ, ਗੁਰੂ ਸਾਹਿਬ ਜੀ ਦੀ ਸੇਵਾ ਸੰਭਾਲ ਕਿੱਦਾਂ ਕਰਨੀ ਆ। ਕਈ ਤਾਂ ਪਾਠੀ ਮਹਾਰਾਜ ਦੀ ਤਾਬਿਆ ਬੈਠੇ ਆਪਣੇ ਪੈਰਾਂ ਦੇ ਉਂਗਲਾਂ ਦੇ ਵਿੱਚ ਹੀ ਉਂਗਲਾਂ ਫੇਰਦੇ ਰਹਿੰਦੇ ਆ। ਉਹ ਯਾਨੀ ਕਿ ਇਹ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ, ਪਰ ਗੁਰੂ ਸਾਹਿਬ ਜੀ ਨੂੰ ਵਸਤਰ ਕਿਵੇਂ ਲਾਉਣੇ ਆ, ਕਿਹੜੇ ਵਸਤਰ ਲਾਉਣੇ ਆ। ਅੱਜ ਕਿਸੇ ਸੱਚਖੰਡ ਸਾਹਿਬ 'ਚ ਜਾ ਕੇ ਦੇਖ ਲਓ, ਸਤਿਗੁਰ ਸਾਹਿਬ ਜੀ ਦੇ ਉੱਪਰ ਜਿਹੜੇ ਕਢਾਈ ਵਾਲੇ ਕੱਪੜੇ ਆ, ਉਹ ਵਸਤਰ ਲਾਏ ਹੋ ਆ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹ ਸਤਿਗੁਰਾਂ ਦਾ ਆਰਾਮ ਵਾਲਾ ਬੈੱਡ ਆ, ਇੱਥੇ ਤਾਂ ਕਾਟਨ ਵਾਲੇ ਕੱਪੜੇ ਹੋਣੇ ਚਾਹੀਦੇ ਆ, ਵਸਤਰ ਇਦਾਂ ਹੋਣੇ ਚਾਹੀਦੇ। ਪਰ ਇਹ ਸਾਡੀ ਹੱਥ ਜੋੜ ਕੇ ਬੇਨਤੀ ਕਿ ਆਪਾਂ ਇਸ ਪਾਸਿਓਂ ਬਹੁਤ ਅਣਗਹਿਲੀ ਵਾਲੇ ਪਾਸੇ ਆ, ਆਪਾਂ ਤੁਰੀਏ ਸਤਿਕਾਰ ਵੱਲੋਂ। ਇਹ ਗੁਰੂ ਸਾਹਿਬ ਜੀ ਦਾ ਸਤਿਕਾਰ ਕਰਾਂਗੇ, ਆਪਣਾ ਸਤਿਕਾਰ ਹੋਣਾ, ਇਹ ਬੇਨਤੀ ਆ। ਬਿਲਕੁਲ ਜੀ ਭੈਣ ਜੀ, ਸ਼ਾਰਟ ਮੈਸੇਜ ਜੀ। ਸੋ ਵਾਹਿਗੁਰੂ, ਇਹ ਮਨ ਦੇ ਵਿੱਚ ਆਉਂਦੀ ਆ ਗੱਲ ਅਖੀਰ ਦੇ ਵਿੱਚ ਕਿ ਆਪਣੇ ਮਾਲਿਕ ਦਾ ਬਿਆਨਤਾ ਤਾਂ ਉਹ ਜੁਗ ਜੁਗ ਟਾਲਾ, ਉਹਨਾਂ ਨੂੰ ਇਕਾਂਤ ਚ ਕੋਈ ਇਹ ਲੈਣਾ ਦੇਣਾ ਨਹੀਂ, ਇਹ ਦੁਨਿਆਵੀ ਗੱਲਾਂ ਦੇ ਵਿੱਚ ਕੋਈ ਇਹ ਇਸ਼ੂ ਬਣਦੀ ਨਹੀਂ। ਉੱਥੇ ਉਹ ਆਪਣੀ ਪਰਖ ਹੁੰਦੀ ਆ, ਉਹ ਆਪਣੀ ਸ਼ਰਧਾ, ਉਹ ਆਪਣੀ ਭਾਵਨਾ ਆ। ਆਪਾਂ ਕਿਸ ਹੱਦ ਤੱਕ ਉਸ ਚੀਜ਼ ਨੂੰ ਲੈ ਕੇ ਜਾਣਾ, ਇਹ ਆਪਣੇ ਤੇ ਆ। ਆਪਾਂ ਕਿਹੜੇ ਜੀਵਨ ਦੇ ਸੁੱਖ ਭਾਲਦੇ ਆ ਜਾਂ ਕੀ ਭਾਲਦੇ ਆ, ਇਹ ਆਪਣੇ ਤੇ ਆ। ਮਹਾਰਾਜ ਸਾਹਿਬਾਂ ਦੀ ਤਾਂ ਆਪਾਂ ਸਮਝਦੇ ਜਦੋਂ ਬੇਅਦਬੀ ਦੀ ਇਸ਼ੂ ਬਣਦੀ ਆ, ਉਹ ਆਪਾਂ ਨੂੰ ਇੱਕ ਹਲੂਣਾ ਹੁੰਦਾ ਆ। ਮਹਾਰਾਜ ਸਾਹਿਬ ਦੀ ਬੇਅਦਬੀ ਕਰਨ ਵਾਲਾ ਹੈ ਨਹੀਂ ਕੋਈ ਵੀ ਜੱਗ ਦੇ ਉੱਤੇ, ਪਰ ਨਤੀਜੇ ਜ਼ਰੂਰ ਭੁਗਤਦੇ ਆ ਜਿੱਥੇ ਬੇਅਦਬੀ ਹੁੰਦੀ ਆ। ਇਹ ਚੀਜ਼ ਨੂੰ ਮੁੱਖ ਰੱਖ ਕੇ ਨਾ, ਮਹਾਰਾਜ ਸਾਹਿਬਾਂ ਤਾਂ ਜੁਗ ਜੁਗ ਟਾਲਾ, ਉਹਨਾਂ ਨੂੰ ਕੋਈ ਆਂਚ ਨਹੀਂ, ਪਰ ਸੇਵਾਵਾਂ ਦੀ ਅੱਜ ਆਵਾਜ਼ ਸਾਰਿਆਂ ਨੂੰ ਦਿੰਦੇ ਆ ਕਿ ਇਹ ਹਲੂਣੇ ਆ। ਆਪਾਂ ਆਪਣੇ ਵਿੱਚ ਟੋਹ ਕੇ ਦੇਖੀਏ ਕਿ ਆਪਾਂ ਕਿੰਨੀ ਕੁ ਦੂਰ ਤੱਕ ਜਾ ਸਕਦੇ ਮਹਾਰਾਜ ਦੇ ਸੇਵਾਵਾਂ ਦੇ ਵਿੱਚ। ਸੋ ਆਪਾਂ ਸਮਾਪਤੀ ਵੱਲ ਵਧਦੇ ਹਾਂ। ਸੰਗਤ ਜੀ, ਬੜਾ ਜ਼ਰੂਰੀ ਮੈਸੇਜ ਜਿਹੜਾ ਹੈਗਾ ਉਹ ਤੁਹਾਨੂੰ ਇਸ ਪ੍ਰੋਗਰਾਮ ਦੇ ਰਾਹੀਂ ਜਿਹੜਾ ਪਹੁੰਚਾਇਆ ਗਿਆ, ਤੇ ਇਹਦੇ ਉੱਤੇ ਗੌਰ ਕਰਨਾ। ਆਪਾਂ ਸਟ੍ਰੈਪ ਚੱਲ ਰਹੀ ਹੈ ਥੱਲੇ, ਅਕਾਊਂਟ ਨੰਬਰ, ਸੋਰਟ ਕੋਡ ਵਗੈਰਾ ਸਾਰੀ ਡਿਟੇਲ ਆ ਰਹੀ ਹੈ। ਇੱਥੋਂ ਤੱਕ ਇਹ ਨੰਬਰ ਵੀ ਆ ਰਹੇ ਨੇ, ਜੇਕਰ ਕੋਈ ਤੁਹਾਡਾ ਸਵਾਲ ਹੋਵੇ ਤੁਸੀਂ ਪੁੱਛ ਸਕਦੇ ਹੋ। ਸੋ ਉਸੇ ਹੀ ਗੁਰੂ ਗ੍ਰੰਥ ਸਾਹਿਬ ਦੀ ਕਰਕੇ ਅੱਜ ਸਾਡੇ ਜਿਹੜੇ ਝੰਡੇ ਨੇ, ਨਿਸ਼ਾਨ ਸਾਹਿਬ ਨੇ, ਅਮਰੀਕਾ ਦੇ ਝੰਡਿਆਂ ਦੇ ਨਾਲ ਝੂਲਦੇ ਨੇ। ਅੱਜ ਸਿੱਖ ਡੇ ਪਰੇਡ ਵੀ ਮਨਾਈ ਜਾ ਰਹੀ ਹੈ। ਸੋ ਦੁਨੀਆ ਭਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਹੀ ਅੱਜ ਸਿੱਖ ਜਿਹੜਾ ਉਹ ਮਾਣ ਦੇ ਨਾਲ ਰਹਿ ਰਿਹਾ। ਸੋ ਇਸੇ ਕਰਕੇ ਬਹੁਤ ਜ਼ਰੂਰੀ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਕਰਕੇ ਗੁਟਕਾ ਸਾਹਿਬ ਹੋ ਗਏ, ਜੋ ਫਿਰ ਭਾਈ ਸਾਹਿਬ ਨੇ ਦੱਸਿਆ ਕਿ ਟ੍ਰੇਨਿੰਗ ਹੋਇਆ ਕਰੇਗੀ ਗ੍ਰੰਥੀ ਸਿੰਘਾਂ ਦੀ, ਉਹ ਸਾਰਾ ਕੁਝ ਇੱਥੇ ਹੋਣਾ ਹੈ। ਉਹਦੇ ਲਈ ਤੁਹਾਡੇ ਮਦਦ ਦੀ ਲੋੜ ਹੈ, ਤੁਹਾਡੇ ਹੈਲਪ ਦੀ ਲੋੜ ਹੈ, ਯਾਨੀ ਕਿ ਤੁਹਾਡੇ ਦਸਵੰਧ ਦੀ ਲੋੜ ਹੈ। ਜ਼ਰੂਰ ਆਪਣਾ ਹਿੱਸਾ ਕੱਢਿਓ, ਆਪਣੇ ਪਰਿਵਾਰਾਂ ਨੂੰ ਦੱਸਿਓ ਫੋਨ ਕਰਕੇ। ਜਿੱਥੇ ਤੱਕ ਸਾਡਾ ਪ੍ਰੋਗਰਾਮ ਨਹੀਂ ਵੀ ਪਹੁੰਚਦਾ, ਇਹਨੂੰ ਸ਼ੇਅਰ ਕਰ ਸਕਦੇ ਹੋ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ, ਤਾਂ ਕਿ ਉਹਨਾਂ ਤੱਕ ਵੀ ਮੈਸੇਜ ਜਿਹੜਾ ਪਹੁੰਚੇ। ਤੇ ਜ਼ਰੂਰ 2 ਦਿਨ ਨੇ ਸਾਡੇ ਕੋਲ, ਬਹੁਤਾ ਟਾਈਮ ਨਹੀਂ, ਇਹਦੇ ਵਿੱਚ ਆਪਾਂ ਇਹ ਡੀਲ ਜਿਹੜੀ ਆ ਪੱਕੀ ਕਰਕੇ ਤੇ ਇਹ ਜਿਹੜਾ ਸੰਗਤ ਦੇ ਹਵਾਲੇ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਭਵਨ ਬਣਾ ਕੇ। ਬਹੁਤ ਧੰਨਵਾਦ, ਚੜ੍ਹਦੀ ਕਲਾ 'ਚ ਰਹੋ ਤੇ ਜ਼ਰੂਰ ਇਹਦੇ ਉੱਤੇ ਗੌਰ ਕਰਕੇ ਆਪਣਾ ਦਸਵੰਧ ਦੇਣਾ ਜੀ। ਫਤਿਹ ਬੁਲਾਉਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।